आप लिहो तुम कथा सुधारी। सतनाम श्री वाहिगुरु साहिब जी। दोहरा श्री अर्जन कश्मीर मह सोडी माधो दास। पठियो तहाँ तिस ने करी सिੱਖੀ ਮਹਿਦ ਪ੍ਰਕਾਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਨੇ ਔਰ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਦੇ ਬਚਨ ਹਨ, ਸੰਧਿਆ ਸਮੇਂ ਸੁਨੇ ਰਹਿਰਾਸ, ਕੀਰਤਨ ਕਥਾ ਸੁਨੇ ਹਰ ਜਾਸ। ਇਨ ਮੈਂ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾਪੁਰੀ ਕੋ ਜਾਏ। ਜਿਹੜਾ ਸਿੱਖ ਨੇਮ ਨਾਲ ਗੁਰਬਾਣੀ ਪੜ੍ਹਦਾ ਸੁਣਦਾ ਹੈ, ਦੋਵੇਂ ਸਮੇਂ ਗੁਰੂ ਚਰਨਾਂ 'ਚ ਹਾਜ਼ਰੀਆਂ ਭਰਦਾ ਹੈ, ਕਥਾ ਕੀਰਤਨ ਨਾਲ ਜੁੜਦਾ ਹੈ, ਨਿਸ਼ਚੇ ਕਰਕੇ ਭਾਵ ਸਾਗਰ ਤੋਂ ਤਰ ਜਾਂਦਾ ਹੈ। ਸੋ ਆਪ ਜੀ ਪ੍ਰੇਮ ਨਾਲ ਗੁਰਬਾਣੀ ਦਾ ਆਨੰਦ ਮਾਣ ਰਹੇ ਸੀ। ਆਓ ਹੁਣ ਮਹਾਰਾਜ ਦਾ ਜੋ ਇਤਿਹਾਸ ਚੱਲ ਰਿਹਾ, 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰਾਂ ਦਾ ਇਤਿਹਾਸ ਸਰਵਣ ਕਰੀਏ। ਪ੍ਰੇਮ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਰਜਨ ਕਸ਼ਮੀਰ ਮਹ। ਮਹਾਰਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਸਮੇਂ ਵਿੱਚ ਜੰਮੂ ਕਸ਼ਮੀਰ 'ਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸੋਢੀ ਮਾਧੋ ਦਾਸ ਇੱਕ ਸਿੱਖ ਭੇਜਿਆ ਸੀ, ਜਿਸ ਦਾ ਨਾਮ ਸੀ ਸੋਢੀ ਮਾਧੋ ਦਾਸ। ਮਾਧੋ ਦਾਸ ਉਹਦਾ ਨਾਮ ਸੀ, ਜਾਤ ਦਾ ਸੋਢੀ ਸੀ, ਇਸ ਕਰਕੇ ਉਹਦੇ ਨਾਂ ਨਾਲ ਸੋਢੀ ਮਾਧੋ ਦਾਸ ਕਰਕੇ ਆਉਂਦਾ ਹੈ। ਇਹ ਸੋਢੀ ਮਾਧੋ ਦਾਸ ਗੁਰੂ ਕੀ ਬਾਣੀ ਦਾ ਬੜਾ ਵੱਡਾ ਵਿਦਵਾਨ ਬਖਤਾ ਸੀ, ਕਰਨੀ ਵਾਲਾ ਸਾਧੂ ਬੰਦਗੀ ਵਾਲਾ ਮਹਾਂਪੁਰਸ਼ ਗੁਰਸਿੱਖ ਸੀ। ਆਪ ਜਪੋ ਅਵਰਹ ਨਾਮ ਜਪਾਵੋ, ਆਪ ਨਾਮ ਜਪਦਾ ਸੀ ਤੇ ਦੂਜਿਆਂ ਨੂੰ ਨਾਮ ਜਪਾਉਣ ਵਾਲਾ ਸੀ। ਹਾਂਜੀ। ਪਠਿਓ ਤਹਾਂ ਤਿਸ ਨੇ ਕਰੀ। ਸਾਧ ਸੰਗਤ ਜੀ, ਭਾਈ ਮਾਧੋ ਦਾਸ ਸੋਢੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਨੇ ਸ੍ਰੀਨਗਰ ਜੰਮੂ ਕਸ਼ਮੀਰ ਦਾ ਜੋ ਇਲਾਕਾ ਪਹਾੜ ਦਾ ਇਲਾਕਾ ਹੈ, ਉਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ। ਸਿੱਖੀ ਮਹਿਦ ਪ੍ਰਕਾਸ਼। ਔਰ ਸੋਢੀ ਮਾਧੋ ਨੇ ਜਾ ਕੇ ਕਸ਼ਮੀਰ 'ਚ ਸਿੱਖੀ ਦਾ ਬੜਾ ਪ੍ਰਚਾਰ ਕੀਤਾ, ਬਹੁਤ ਬੂਟਾ ਲਾਇਆ। ਇੱਥੇ ਪਹਿਲਾਂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੀ ਚਰਨ ਪਏ ਹਨ। ਕਸ਼ਮੀਰ ਦੇ ਇਲਾਕੇ 'ਚ ਟਾਵੀਂ ਥਾਂ 'ਤੇ ਗੁਰਦੁਆਰੇ ਹੁਣ ਵੀ ਮੌਜੂਦ ਹਨ, ਜਿਵੇਂ ਲੇਹ ਲਦਾਖ ਵੱਲ ਪੱਥਰ ਸਾਹਿਬ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਹੈ। ਹੋਰ ਵੀ ਮਹਾਰਾਜ ਦੇ ਸਥਾਨ ਗੁਪਤ ਪ੍ਰਗਟ ਹਨ, ਪਰ ਭਾਈ ਮਾਧੋ ਸੋਢੀ ਨੇ ਜਾ ਕੇ ਹਰ ਪਿੰਡ ਹਰ ਸ਼ਹਿਰ ਵਿੱਚ ਗੁਰਬਾਣੀ ਦਾ ਪ੍ਰਚਾਰ ਕੀਤਾ। ਚੌਪਈ ਜੋ ਜਿਸ ਨੇ ਜਸ ਬਾਂਛਾ ਕਰੀ। ਕਹਿੰਦੇ ਭਾਈ ਮਾਧੋ ਪ੍ਰਚਾਰ ਕਰਦਾ ਸੀ, ਸੰਗਤਾਂ ਨੂੰ ਜੋੜਦਾ ਸੀ, ਤੇ ਭਾਈ ਮਾਧੋ ਕੋਲੋਂ ਜਿਹੜੇ ਵੀ ਜੋ ਵੀ ਇੱਛਾ ਕਰਦੇ ਸੀ, ਜੋ ਵੀ ਅਰਦਾਸ ਕਰਦਾ ਸੀ, ਉਹਦੀ ਪੂਰੀ ਹੁੰਦੀ ਸੀ। ਕਿਉਂਕਿ ਸਾਧ ਸੰਗਤ ਜੀ, ਕੋਈ ਵੀ ਸੰਪਰਦਾਇ, ਕੋਈ ਵੀ ਧਰਮ ਹੈ, ਉਹਦੇ ਨਾਲ ਲੋਕ ਉਦੋਂ ਜੁੜਦੇ ਨੇ ਜਦੋਂ ਉਹਨਾਂ ਦੀਆਂ ਲੋੜਾਂ ਪੂਰੀਆਂ ਹੋਣ। ਜਿਹੜਾ ਧਰਮ, ਜਿਹੜੀ ਸੰਪਰਦਾ, ਜਿਹੜੇ ਮਹਾਂਪੁਰਸ਼ ਕਿਸੇ ਦੀ ਦੁਨਿਆਵੀ ਲੋੜ ਨਹੀਂ ਪੂਰੀ ਕਰ ਸਕੇ, ਲੋਕ ਉਹਦੇ ਨਾਲ ਨਹੀਂ ਜੁੜਦੇ। ਐਸਾ ਨਿਯਮ ਹੈ। ਇਸ ਕਰਕੇ ਗੁਰਬਾਣੀ 'ਚ ਬਚਨ ਆਉਂਦਾ, ਜੋ ਮੰਗੈ ਠਾਕੁਰ ਆਪਣੇ ਦੇ ਸੋਈ ਸੋਈ ਦੇਵੈ। ਦੁਨਿਆਵੀ ਦਾਤਾਂ ਵੀ ਮਿਲਦੀਆਂ ਨੇ ਗੁਰੂ ਘਰ ਵਿੱਚੋਂ। ਦੁੱਧ ਮੰਗੋ ਦੁੱਧ ਮਿਲਦਾ, ਪੁੱਤ ਮੰਗੋ ਪੁੱਤ ਮਿਲਦਾ, ਜੋ ਮੰਗੈ ਠਾਕੁਰ ਆਪਣੇ ਤੇ।
ਜਿੱਥੇ ਦੁਨਿਆਵੀ ਲੋੜਾਂ ਪੂਰੀਆਂ ਹੁੰਦੀਆਂ ਨੇ, ਉੱਥੇ ਸਾਧ ਸੰਗਤ ਜੀ ਫਿਰ ਪਰਮਾਰਥੀ ਲੋੜਾਂ ਵੀ ਪੂਰੀਆਂ ਹੁੰਦੀਆਂ ਨੇ। ਜਿਸ ਤਰ੍ਹਾਂ ਦੀ ਕੋਈ ਇੱਛਾ ਕਰਦਾ ਸੀ, ਭਾਈ ਮਾਧੋ ਦਾਸ ਸੋਢੀ ਕੋਲ ਆ ਕੇ ਬੇਨਤੀ ਕਰਦਾ ਸੀ, ਪਾਏ ਸੋ ਗੁਰ ਮਹਿ ਸ਼ਰਧਾ ਧਰੀ। ਗੁਰੂ ਘਰ ਤੇ ਸ਼ਰਧਾ ਰੱਖਣ ਵਾਲੇ ਉਸ ਜਗਿਆਸੂ ਦੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਭਾਈ ਮਾਧੋ ਦਾਸ ਸਾਰੀ ਆਸਾ ਪੂਰੀ ਕਰਾ ਦਿੰਦਾ ਸੀ। ਤੇ ਅੱਗੇ ਨੂੰ ਫਿਰ ਉਹਨਾਂ ਲੋਕਾਂ ਦੀ ਗੁਰੂ ਘਰ 'ਚ ਸ਼ਰਧਾ ਵੱਧ ਜਾਂਦੀ ਸੀ। ਜਿੱਥੋਂ ਕੁਝ ਮਿਲਦਾ ਹੋਵੇ ਨਾ, ਉੱਥੇ ਹੀ ਸ਼ਰਧਾ ਵੱਜਦੀ ਹੈ। ਜੇ ਗੁਰੂ ਘਰ ਤੋਂ ਦਾਤਾਂ ਮਿਲਦੀਆਂ ਤਾਂ ਹੀ ਲੱਖਾਂ ਲੋਕ ਗੁਰੂ ਘਰ ਨੂੰ ਮੰਨਦੇ ਨੇ। ਤਾਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਹੁੰਦੀਆਂ ਸਨ ਤੇ ਕਸ਼ਮੀਰ ਦੇ ਲੋਕ ਗੁਰੂ ਘਰ ਨਾਲ ਜੁੜਦੇ ਗਏ। ਹਾਂਜੀ। ਪਾਹੁਲ ਪਦ ਪਖਾਰ ਕਰ ਲੀਨੀ। ਗੁਰੂ ਮਹਾਰਾਜ ਦੇ ਚਰਨਾਂ ਦਾ ਅੰਮ੍ਰਿਤ ਛਕ ਕੇ, ਚਰਨ ਪੌਲ ਲੈ ਕੇ ਸਿੱਖ ਬਣਦੇ ਗਏ। ਗੁਰੂ ਸਾਹਿਬ ਨੇ ਭਾਈ ਮਾਧੋ ਸੋਢੀ ਨੂੰ ਅਧਿਕਾਰ ਦਿੱਤੇ ਹੋਏ ਸਨ ਕਿ ਤੁਸੀਂ ਜਾ ਕੇ ਕਸ਼ਮੀਰ ਦੇ ਇਲਾਕੇ 'ਚ ਚਰਨ ਪੌਲ ਦੇਣੀ ਹੈ ਤੇ ਸਾਰਿਆਂ ਨੂੰ ਨਾਮ ਨਾਲ ਵਾਹਿਗੁਰੂ ਗੁਰਮੰਤਰ ਨਾਲ ਜੋੜਨਾ ਹੈ। ਹਾਂਜੀ। ਗੁਰ ਸਿੱਖੀ ਕੀ ਮਹਿਮਾ ਚੀਨੀ। ਮਾਧੋ ਦਾਸ ਸੋਢੀ ਦੇ ਪ੍ਰਚਾਰ ਕਰਕੇ ਕਸ਼ਮੀਰੀ ਲੋਕ ਸਿੱਖ ਬਣ ਗਏ, ਸਿੱਖੀ ਦੀ ਮਹਿਮਾ ਜਾਣ ਗਏ, ਗੁਰਬਾਣੀ ਪੜ੍ਹਨ ਲੱਗ ਪਏ। ਪਠਹਿ ਸ਼ਬਦ ਪੰਚਾਮ੍ਰਿਤ ਕਰਹਿ। ਕਸ਼ਮੀਰ ਦੇ ਸ਼ਹਿਰਾਂ ਵਿੱਚ, ਪਿੰਡਾਂ 'ਚ, ਨਗਰਾਂ 'ਚ ਕੀਰਤਨ ਹੋਣ ਲੱਗ ਪਿਆ। ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਗੁਰਬਾਣੀ ਗੂੰਜਣ ਲੱਗ ਪਈ। ਸ਼ਬਦ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਕਥਾ ਹੁੰਦੀ ਹੈ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣਦੀਆਂ ਨੇ, ਵਰਤਦੀਆਂ ਨੇ, ਸੰਗਤਾਂ ਛਕਦੀਆਂ ਨੇ। ਹਾਂਜੀ। ਗੁਰ ਹਿਤ ਵਰਤਾਵ ਹੈ ਅਗ ਹਰ ਹੈ। ਗੁਰੂ ਦੇ ਨਿਮਿਤ, ਗੁਰੂ ਦੇ ਵਾਸਤੇ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਕਸ਼ਮੀਰ ਦੇ ਲੋਕ ਬਣਾਉਂਦੇ ਨੇ ਔਰ ਗੁਰੂ ਕੀ ਦੇਗ ਵਰਤਾਉਂਦੇ ਨੇ। ਮੇਲ ਕਰ ਹੈ ਸਿੱਖ ਆਪਸ ਮਾਹੀ। ਔਰ ਸਿੱਖ ਆਪਸ 'ਚ ਮਿਲਦੇ ਨੇ, ਪ੍ਰੇਮ ਕਰਦੇ ਨੇ। ਸਿੱਖੀ ਦਾ ਸਭ ਤੋਂ ਵੱਡਾ ਅਸੂਲ ਹੈ ਆਪਸ 'ਚ ਪ੍ਰੇਮ ਕਰਨਾ। ਗੁਰੂ ਕੀ ਬਾਣੀ ਪੜ੍ਹਨ ਵਾਲਿਆਂ ਦਾ ਜੇ ਆਪਸ 'ਚ ਪ੍ਰੇਮ ਨਹੀਂ ਤੇ ਫਿਰ ਬਾਣੀ ਦਾ ਸਮਝੋ ਅਸਰ ਨਹੀਂ ਹੋਇਆ। ਸੋ ਗੁਰਬਾਣੀ ਪੜ੍ਹਦੇ ਨੇ, ਆਪਸ 'ਚ ਪ੍ਰੇਮ ਨਾਲ ਰਹਿੰਦੇ ਨੇ। ਸੁਨ ਹੈ ਕੀਰਤਨ ਬਹੁ ਸਿੱਖ ਪਾਹੀ। ਤੇ ਭਾਈ ਮਾਧੋ ਜਿੱਥੇ ਵੀ ਜਾਂਦਾ ਹੈ ਉੱਥੇ ਹੀ ਸੰਗਤ ਦਾ ਜੋੜ ਮੇਲਾ ਹੁੰਦਾ ਹੈ। ਗੁਰਦੁਆਰਾ ਬਣਾ ਦਿੰਦੇ ਨੇ, ਸੰਗਤਾਂ ਇਕੱਠੀਆਂ ਹੋ ਕੇ ਕੀਰਤਨ ਸੁਣਦੀਆਂ ਨੇ। ਗੁਰ ਕੀ ਕਾਰ ਇਕੱਤਰੈ ਕਰਕੇ। ਤੇ ਭਾਈ ਮਾਧੋ ਸੋਢੀ ਕਸ਼ਮੀਰ ਵਿੱਚੋਂ ਗੁਰੂ ਦਾ ਦਸਵੰਧ ਇਕੱਠਾ ਕਰਦਾ। ਲੋਕਾਂ ਕੋਲੋਂ, ਗੁਰੂ ਕੇ ਸਿੱਖਾਂ ਕੋਲੋਂ ਦਸਵੰਧ ਮਾਇਆ, ਜਿਹੜੀ ਗੁਰੂ ਕੇ ਨਿਮਿਤ ਕੌਡੀ ਦਮੜੀ ਕੋਈ ਵੀ ਹੋਵੇ, ਜੋ ਕਿਸੇ ਦੀ ਗਰੀਬੀ ਦਾਵੇ ਦੀ ਮਾਇਆ ਥੋੜ੍ਹੇ ਤੋਂ ਥੋੜ੍ਹੀ, ਉਹ ਵੀ ਸਿੱਖ ਦਸਵੰਧ ਦਿੰਦੇ ਸਨ। ਔਰ ਸਾਧ ਸੰਗਤ ਜਿਹੜਾ ਦਸਵੰਧ ਦਿੰਦਾ ਨਾ, ਉਹਨੂੰ ਮਹਾਰਾਜ ਬਰਕਤਾਂ ਵੀ ਬੜੀਆਂ ਪਾਉਂਦਾ। ਅੱਜ ਹੋਰ, ਕੱਲ੍ਹ ਹੋਰ, ਭਾਗ ਲੱਗਦੇ ਹੀ ਜਾਂਦੇ ਆ, ਰੌਣਕਾਂ ਲੱਗ ਜਾਂਦੀਆਂ। ਫਿਰ ਅੱਜ ਸਾਡੇ ਘਰਾਂ ਵਿੱਚ ਜਿਹੜੀ ਤੰਗੀ ਹੈ ਨਾ, ਉਹਦਾ ਇੱਕ ਕਾਰਨ ਇਹ ਵੀ ਹੈ ਵੀ ਅਸੀਂ ਗੁਰੂ ਦਾ ਦਸਵੰਧ ਨਹੀਂ ਦਿੰਦੇ। ਮਹਾਰਾਜ ਕਹਿੰਦੇ, ਏਕ ਵੀ ਨਾ ਦੇ 10 ਵੀ ਹਿਰਲੇ ਤੋ ਮੂੜਾ ਕੋ ਕਹਾਂ ਕਰੇ। ਹੇ ਮੂਰਖ, ਜਿਸ ਵਾਹਿਗੁਰੂ ਨੇ 10 ਚੀਜ਼ਾਂ ਦਿੱਤੀਆਂ ਨੇ, ਤੂੰ ਇੱਕ ਉਹਦੀ ਵਸਤੂ ਭੇਟਾ ਦੇਵੇਂਗਾ, ਤੈਨੂੰ ਗੁਰੂ 10 ਹੋਰ ਦੇਵੇਗਾ। ਤੈਨੂੰ ਸਾਰਾ ਕੁਝ ਜੋ ਮਿਲਿਆ ਗੁਰੂ ਦਾ ਹੀ ਹੈ, ਪਰਮੇਸ਼ਰ ਦਾ ਹੀ ਹੈ। ਜੇ ਵਾਹਿਗੁਰੂ ਇੱਕ ਵੀ ਨਾ ਦਵੇ, 10 ਜਿਹੜੀਆਂ ਤੇਰੇ ਤੋਂ ਖੋਹ ਲਵੇ, ਤੂੰ ਕੀ ਕਰ ਲਏਗਾ? ਇਸ ਕਰਕੇ ਦਸਵੰਧ ਗੁਰੂ ਨੇ ਦੇਵੇ, ਝੂਠ ਬੋਲ ਜੋ ਖਾਏ। ਦਸਵੰਧ ਗੁਰੂ ਦੇ ਨਿਮਿਤ ਗਰੀਬ ਗੁਰਬੇ ਵਾਸਤੇ ਕੱਢਣਾ ਚਾਹੀਦਾ। ਤੋ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ, ਗੁਰੂ ਅਰਜਨ ਦੇਵ ਜੀ ਦੇ ਸਮੇਂ ਜਿਹੜੇ ਸਿੱਖ ਸਨ, ਉਹ ਦਸਵੰਧ ਜ਼ਰੂਰ ਦਿੰਦੇ ਸਨ। ਕਸ਼ਮੀਰ ਦੇ ਵਿੱਚ ਭਾਈ ਮਾਧੋ ਦਾਸ ਨੇ ਇੰਨਾ ਪ੍ਰਚਾਰ ਕੀਤਾ ਵੀ ਕਸ਼ਮੀਰ ਦੇ ਸਿੱਖ ਦਸਵੰਧ ਦੇਣਾ ਸ਼ੁਰੂ ਕਰ ਦਿੱਤਾ। ਤੇ ਸਾਰਾ ਦਸਵੰਧ ਇਕੱਠਾ ਕਰਕੇ, ਭਾਵੇਂ ਕਿਸੇ ਦਾ ਕੱਖ ਹੋਵੇ, ਭਾਵੇਂ ਲੱਖ ਹੋਵੇ, ਇਹ ਗੱਲ ਵੱਖਰੀ, ਪਰ ਜੋ ਬਣਦਾ ਸਰਦਾ ਸਾਰਾ ਗੁਰੂ ਨੂੰ ਪਹੁੰਚਾਉਂਦੇ ਸਨ। ਅਰਪ ਹੈ ਬੰਦ ਹੈ ਸ਼ਰਦਾ ਧਰ ਕੈ। ਉਹ ਸਾਰੇ ਭਾਈ ਮਾਧੋ ਦਾਸ ਨੂੰ, ਸੋਢੀ ਨੂੰ ਦੇ ਦਿੰਦੇ ਸਨ ਤੇ ਉਹ ਮਾਇਆ ਇਕੱਠੀ ਕਰਕੇ ਗੁਰੂ ਸਾਹਿਬ ਕੋਲ ਭੇਜ ਦਿੰਦਾ ਸੀ। ਸਿੱਖੀ ਕੋ ਹੋਏ ਹੋ ਵਿਸਤਾਰ। ਜੰਮੂ ਕਸ਼ਮੀਰ, ਸ੍ਰੀਨਗਰ, ਹੋਰ ਸ਼ਹਿਰ, ਕਾਰਗਿਲ ਵਗੈਰਾ ਜਿਹੜੇ ਸ਼ਹਿਰ ਹਨ,
ਉਹਨਾਂ 'ਚ ਸਿੱਖੀ ਦਾ ਬਹੁਤ ਵਾਧਾ ਹੋ ਗਿਆ, ਵਿਸਥਾਰ ਹੋ ਗਿਆ। ਸਿੱਖੀ ਫੈਲ ਗਈ ਕਸ਼ਮੀਰ ਦੇ ਵਿੱਚ। ਹਾਂਜੀ, ਸਿਮਰਨ ਲਗੇ ਨਾਮ ਕਰਤਾਰ। ਕਸ਼ਮੀਰ ਦੇ ਲੋਕ ਸਤਨਾਮ ਸ੍ਰੀ ਵਾਹਿਗੁਰੂ ਜਪਣ ਲੱਗ ਪਏ। ਇਕ ਤਾਂ ਮਨ ਬਾਂਛਤ ਕੋ ਪਾਵੈ। ਇੱਕ ਤਾਂ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ, ਗੁਰਸਿੱਖੀ ਧਾਰਨ ਕਰਦੇ ਸਾਰ ਬੰਦੇ ਦੀਆਂ ਪੌਂ 12 ਹੋ ਜਾਂਦੀਆਂ, ਸਾਰੇ ਕਾਰਜ ਸਿੱਧੇ ਹੋ ਜਾਂਦੇ। ਸਭੇ ਕਾਰਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਮਹਾਰਾਜ ਮਿਹਰ ਕਰ ਦਿੰਦੇ, ਸਾਰੇ ਹੀ ਕੰਮ ਰਾਸ ਹੋ ਜਾਂਦੇ ਹਨ। ਦੁਤੀਏ ਮਗ ਸੁਖੇਨ ਦਰਸਾਵੈ। ਕਹਿੰਦੇ ਇੱਕ ਤਾਂ ਸਾਰੇ ਕਾਰਜ ਰਾਸ ਹੋਣ ਲੱਗ ਪਏ, ਦੂਜੇ ਪਰਮੇਸ਼ਰ ਦਾ, ਵਾਹਿਗੁਰੂ ਦਾ, ਬ੍ਰਹਮ ਗਿਆਨ ਦਾ ਰਸਤਾ ਸੌਖਾ ਹੋ ਗਿਆ। ਦੁਨਿਆਵੀ ਵੀ ਕੰਮ ਹੋ ਗਏ ਤੇ ਪਰਮਾਰਥੀ ਵੀ ਹੋ ਗਏ। ਜੋ ਕਹਿ ਲੋ ਵੀ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਸਿੱਖੀ ਦੋਵੇਂ ਰਾਹ ਸੁਖਾਲੇ ਕਰ ਦਿੰਦੀ ਹੈ। ਦੁਨੀਆ ਵਿੱਚ ਵੀ ਸਾਰੇ ਸੁੱਖ ਮਿਲਣ ਲੱਗ ਪਏ ਤੇ ਸਿੱਖਾਂ ਦੇ ਪਰਲੋਕ ਦੇ ਰਸਤੇ ਵੀ ਕਲੀਅਰ ਹੋ ਗਏ, ਸਾਫ਼ ਹੋ ਗਏ। ਤ੍ਰਿਤੀਏ ਦੋਨੋਂ ਲੋਕ ਭਲੇਰਾ। ਦੋਵਾਂ ਲੋਕਾਂ 'ਚ ਭਲਾ ਹੋ ਰਿਹਾ। ਬਾਣੀ ਪੜ੍ਹਨ ਦੇ ਨਾਲ ਪਰਲੋਕ ਵੀ ਸੁਧਰਦਾ ਹੈ, ਬਾਣੀ ਪੜ੍ਹਨ ਦੇ ਨਾਲ ਲੋਕ ਵੀ ਸੁਧਰਦਾ ਹੈ। ਹਾਂਜੀ, ਸਭ ਤੇ ਗੁਰਮਤਿ ਜਾਨ ਉਚੇਰਾ। ਗੁਰੂ ਦੀ ਮੱਤ ਸਾਰਿਆਂ ਤੋਂ ਉੱਚੀ ਹੈ, ਕਿਉਂਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡੇ ਮਹਾਰਾਜ ਹਨ ਗੁਰੂ ਨਾਨਕ ਦੇਵ ਜੀ। ਉਹਨਾਂ ਦੀ ਮੱਤ ਵੀ ਫਿਰ ਸਾਰਿਆਂ ਤੋਂ ਵੱਡੀ ਹੈ। ਤੇ ਗੁਰੂ ਕੇ ਸਿੱਖਾਂ ਦਾ ਨਿਸ਼ਚਾ ਇਹ ਹੈ ਵੀ ਮੇਰੇ ਗੁਰੂ ਵਰਗਾ ਕੋਈ ਵੀ ਨਹੀਂ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਜੈਸਾ ਕੋਈ ਦੇਵੀ ਦੇਵਤਾ ਨਹੀਂ, ਕੋਈ ਪੀਰ ਪੈਗੰਬਰ ਨਹੀਂ। ਆਪਣੀ ਥਾਂ ਤੇ ਸਾਰੇ ਸਤਿਕਾਰਯੋਗ ਨੇ, ਨਿੰਦਾ ਵੀ ਨਹੀਂ ਕਿਸੇ ਦੀ ਕਰਨੀ, ਪਰ ਆਪਣੇ ਗੁਰੂ ਦੇ ਬਰਾਬਰ ਵੀ ਕਿਸੇ ਨੂੰ ਨਹੀਂ ਸਮਝਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੁਰਮਤਿ ਦਾ ਨਿਸ਼ਚਾ ਹੈ, ਵਿਸ਼ਵਾਸ ਹੈ। ਗੁਰੂ ਕੇ ਸਿੱਖਾਂ ਨੂੰ ਪਤਾ ਲੱਗਿਆ ਵੀ ਕਲਯੁਗ ਵਿੱਚ ਤਾਂ ਗੁਰੂ ਨਾਨਕ ਦਾ ਹੀ ਰਾਜ ਹੈ ਤੇ ਗੁਰੂ ਨਾਨਕ ਸਾਹਿਬ ਦੇ ਜਹਾਜ਼ ਤੇ ਚੜ੍ਹ ਕੇ ਹੀ ਬੰਨੇ ਲੱਗਣਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਕਸ਼ਮੀਰ ਦੇ ਸਿੱਖ ਪਖੰਡਾਂ ਨੂੰ ਛੱਡ ਕੇ, ਵਹਿਮਾਂ ਨੂੰ ਛੱਡ ਕੇ, ਅਨਮਤਾਂ ਨੂੰ ਛੱਡ ਕੇ, ਪੱਥਰਾਂ ਦੀ ਪੂਜਾ ਛੱਡ ਕੇ ਗੁਰਬਾਣੀ ਦੇ ਲੜ ਲੱਗ ਗਏ। ਵਿਪਰ ਆਦ ਸਭ ਅੰਗੀਕਾਰਾ। ਇੱਥੇ ਹੀ ਬਸ ਨਹੀਂ, ਜਿਹੜੇ ਬ੍ਰਾਹਮਣ ਸਨ ਨਾ, ਬ੍ਰਾਹਮਣ, ਉਹਨਾਂ ਨੇ ਵੀ ਸਿੱਖੀ ਧਾਰਨ ਕਰ ਲਈ। ਸਾਧ ਸੰਗਤ ਜੀ, ਸਾਡੇ ਜਮਨਾ ਨਗਰ ਜਗਾਦਰੀ ਦੇ ਇਲਾਕੇ 'ਚ, ਹਰਿਆਣੇ 'ਚ ਦਰਜਨਾਂ ਪਿੰਡ ਹਨ ਜਿਹੜੇ ਕਸ਼ਮੀਰੀ ਪੰਡਤ ਸਿੱਖ ਬਣੇ ਹੋਏ ਹੈ। ਨੂੰ ਜਾਤ ਦੇ ਬ੍ਰਾਹਮਣ ਨੂੰ, ਪਰ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਦੋਂ ਸਿੱਖ ਬਣੇ ਸੀ? ਉਹ ਕਹਿੰਦੇ ਸਾਡੇ ਬਜ਼ੁਰਗਾਂ 'ਚ ਗੁਰੂ ਅਰਜਨ ਦੇਵ ਜੀ ਨੇ ਪ੍ਰਚਾਰ ਕਰਨ ਲਈ ਮਾਧੋ ਦਾਸ ਸੋਢੀ ਭੇਜਿਆ ਸੀ। ਉਹ ਇਤਿਹਾਸ ਪਤਾ ਉਹਨਾਂ ਨੂੰ। ਮਾਧੋ ਦਾਸ ਸੋਢੀ ਨੇ ਪ੍ਰਚਾਰ ਕਰਕੇ ਹਜ਼ਾਰਾਂ ਬਾਹਮਣ ਸਿੱਖ ਬਣਾਤੇ, ਕਸ਼ਮੀਰੀ ਪੰਡਤ। ਤੇ ਖੱਤਰੀ ਵੀ ਸਿੱਖ ਬਣ ਗਏ, ਬੈਸ਼ ਵੀ ਸਿੱਖ ਬਣ ਗਏ, ਸ਼ੂਦਰ ਵੀ ਸਿੱਖ ਬਣ ਗਏ। ਇੱਥੋਂ ਤੱਕ ਵੀ ਭਾਈ ਕੱਟੂ ਸ਼ਾਹ ਮੁਸਲਮਾਨ ਵੀ ਗੁਰੂ ਕਾ ਸਿੱਖ ਬਣਿਆ ਕਸ਼ਮੀਰ ਦੇ ਵਿੱਚ। ਕੱਟੂ ਸ਼ਾਹ ਦੀ ਅੱਗੇ ਸਾਖੀ ਆਉਣੀ ਹੈ। ਕਹਿੰਦੇ ਜਿੱਥੇ ਸਾਰੀਆਂ ਜਾਤਾਂ ਦੇ ਬਾਹਮਣ ਵੀ, ਹਾਲਾਂਕਿ ਬਾਹਮਣ ਜਿਹੜੇ ਨਾ ਛੇਤੀ ਕੀਤਿਆਂ ਸਿੱਖ ਨਹੀਂ ਬਣਦੇ, ਦੂਜੇ ਮੱਤ ਨੂੰ ਨਹੀਂ ਲੈਂਦੇ, ਕਿਉਂਕਿ ਉਹਨਾਂ ਨੂੰ ਆਪਣੇ ਧਰਮ ਦਾ ਬੜਾ ਹੁੰਦਾ ਵੀ ਅਸੀਂ ਤਾਂ ਬਾਹਮਣ ਹਾਂ, ਅਸੀਂ ਵੇਦਾਂ ਸ਼ਾਸਤਰਾਂ ਦੇ ਗਿਆਤਾ ਹਾਂ। ਪਰ ਜਿਹੜੇ ਹੁੰਦੇ ਨਾ ਗੁਣਾਂ ਦੇ ਗਾਹਕ, ਉਹ ਆਪਣੀ ਹੈਂਕੜ ਛੱਡ ਕੇ ਸਿੱਖੀ ਧਾਰਨ ਕਰ ਲੈਂਦੇ। ਉਹ ਕਸ਼ਮੀਰ 'ਚ ਹਜ਼ਾਰਾਂ, ਅੱਜ ਵੀ ਕਸ਼ਮੀਰੀ ਸਿੱਖ ਜਿਹੜੇ ਨਾ ਜ਼ਿਆਦਾਤਰ ਬਾਹਮਣ ਬਰਾਦਰੀ 'ਚੋਂ। ਜੰਮੂ ਤੋਂ ਸ਼ੁਰੂ ਹੋ ਜਾਓ ਸ਼੍ਰੀਨਗਰ ਤੱਕ, ਅਸੀਂ ਤਾਂ ਜਾ ਕੇ ਦੇਖਿਆ ਉੱਧਰ। ਉਹਨਾਂ ਨੂੰ ਪੁੱਛੋ ਤੁਹਾਡੀ ਜਾਤ ਕੀ ਹੈ, ਸਾਰੇ ਕੋਈ ਦਾੜੀ ਨਹੀਂ ਕੱਟਦਾ। ਆਪਣੇ ਪੰਜਾਬ ਵਿੱਚ ਤਾਂ ਪਿਓ ਤਾਂ ਹੁੰਦਾ, ਕਿਰਪਾਨ ਪਾਈ ਹੁੰਦੀ ਹੈ ਤੇ ਕਾਕਾ ਬਾਬੂ ਜੀ ਬਣਿਆ ਹੁੰਦਾ, ਤੇ ਜੇ ਬਾਬੂ ਜੀ ਨਹੀਂ ਤਾਂ ਘੱਟੋ ਘੱਟ ਦਾੜੀ ਤਾਂ ਸਾਫ਼ ਹੁੰਦੀ ਹੈ ਤੇ ਪੋਤਾ ਬਾਬੂ ਜੀ ਬਣਿਆ ਹੁੰਦਾ। ਕੋਈ ਘਰ ਇਹੋ ਜਿਹਾ ਨਹੀਂ ਆਪਣੇ ਪੰਜਾਬ ਜਿਹਦੇ
ਜੇ 5-7 ਜੀ ਸਾਬਤ ਸੂਰਤ ਇਕੱਠੇ ਮਿਲ ਜਾਣ ਨਾ, ਪਰ ਕਸ਼ਮੀਰ ਵਿੱਚ ਗੁਰੂ ਦੀ ਕਿਰਪਾ, ਉੱਥੇ ਜੇ ਸਿੱਖ ਹੈ ਤਾਂ ਪੂਰਾ, ਜੇ ਸਹਿਜਧਾਰੀ ਹੈ ਤਾਂ ਸਹਿਜਧਾਰੀ ਹੈ, ਜੇ ਹਿੰਦੂ ਹੈ ਤਾਂ ਹਿੰਦੂ ਹੈ, ਆਪੋ ਆਪਣੇ। ਪਰ ਜੇ ਸਿੱਖ ਗੁਰੂ ਘਰ ਨੂੰ ਮੰਨਦਾ ਤਾਂ ਕੇਸ ਰੱਖੇ ਆ, ਸਿੰਘ ਨਾਮ ਹੈ, ਫਿਰ ਕੇਸ ਰੱਖੇ ਹੀ ਹੈ, ਫਿਰ ਕੱਟੇ ਨਹੀਂ, ਨਾ ਦਾੜੀ ਕੱਟਣੀ ਨਾ ਕੇਸਾਂ ਦਾ ਬੁਰਾ ਸੋਚਣਾ। ਸੋ ਉੱਥੇ ਕਸ਼ਮੀਰ ਦੇ ਵਿੱਚ ਉਹਨਾਂ ਲੋਕਾਂ ਨੇ, ਬਾਹਮਣਾਂ ਨੇ ਵੀ ਸਿੱਖੀ ਧਾਰਨ ਕਰ ਲਈ। ਦੇ ਦਸਵੰਧ ਗੁਰੂ ਕੀ ਕਾਰਾ। ਔਰ ਇਹ ਸਾਰੇ ਬਾਹਮਣ ਸਿੱਖ ਬਣ ਗਏ ਤੇ ਗੁਰੂ ਦਾ ਦਸਵੰਧ ਦੇਣ ਲੱਗ ਪਏ। ਕੋਈ ਵੀ ਕੰਮ ਕਰਦੇ, ਦੁਕਾਨ ਕਰਦੇ, ਖੇਤੀ ਕਰਦੇ, ਜੋ ਵੀ ਵਿਚਾਰੇ ਕੰਮ ਕਰਦੇ, ਕਿਉਂਕਿ ਕਸ਼ਮੀਰ ਦੇ ਵਿੱਚ ਜ਼ਿਆਦਾਤਰ ਬਾਗ ਬਗੀਚੇ ਹਨ, ਫਲ ਫਰੂਟ, ਸੇਬ ਵਗੈਰਾ ਦਾ ਕੰਮਕਾਰ ਹੈ, ਹੋਰ ਵੀ ਕਈ ਕਿਸਮ ਦੀ ਉੱਥੇ ਉਹ ਜਿੱਦਾਂ ਦੀ ਲੋਕਾਂ ਦੀ ਰੁਜ਼ਗਾਰ ਹੈ, ਉਹਦੇ ਵਿੱਚੋਂ ਦਸਵੰਧ ਜਿਹੜਾ ਨਾ ਉਹ ਸਾਰੇ ਦਿੰਦੇ। ਹੁਣ ਤੱਕ ਵੀ ਉਹਨਾਂ ਨੂੰ ਪੁੱਛੀਏ, ਉਹ ਕਹਿੰਦੇ ਵੀ ਅਸੀਂ ਦਸਵੰਧ ਅਜੇ ਵੀ ਗੁਰੂ ਦਾ ਕੱਢਦੇ। ਇਹ 400 ਸਾਲ ਹੋ ਗਏ, ਅਜੇ ਤੱਕ ਕਸ਼ਮੀਰ ਦੇ ਸਿੱਖਾਂ 'ਚ ਗੁਰੂ ਦੀ ਇੰਨੀ ਕਿਰਪਾ ਹੈ ਵੀ ਦਸਵੰਧ ਨਹੀਂ ਗੁਰੂ ਦਾ ਛੁਪਾਉਂਦੇ, ਉਹ ਦਿੰਦੇ ਹਨ। ਹਾਂਜੀ। ਭਏ ਹਜ਼ਾਰੋ ਘਰ ਸਿੱਖ ਗੁਰ ਕੇ। ਹਜ਼ਾਰਾਂ ਸਿੱਖ ਗੁਰੂ ਦੇ ਘਰ ਨੂੰ ਜੁੜ ਗਏ, ਹਜ਼ਾਰਾਂ ਸਿੱਖ ਗੁਰੂ ਵਾਲੇ ਬਣ ਗਏ, ਘਰਾਂ ਦੇ ਵਿੱਚ ਸਿੱਖੀ ਹੋ ਗਈ। ਰੋਜ਼ ਸਵੇਰੇ ਜਪਜੀ ਸਾਹਿਬ ਦਾ ਪਾਠ ਘਰ ਘਰ 'ਚ ਹੁੰਦਾ, ਸੁਖਮਨੀ ਸਾਹਿਬ ਦਾ ਪਾਠ ਬੀਬੀਆਂ ਕਰਦੀਆਂ, ਸਿੰਘ ਕਰਦੇ, ਬੱਚੇ ਬਾਣੀ ਪੜ੍ਹਦੇ। ਉਹਨਾਂ ਵਿੱਚੋਂ ਸਾਧ ਸੰਗਤ ਜੀ ਬੜੇ ਬੜੇ ਮਹਾਂਪੁਰਸ਼ ਹੋਏ। ਅਕਾਲੀ ਕੌਰ ਸਿੰਘ ਜੀ, ਨਿਹੰਗ ਸਿੰਘ, ਜਿਨ੍ਹਾਂ ਨੇ ਅੱਜ ਤੋਂ 125 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੰਡੈਕਸ ਤਿਆਰ ਕੀਤਾ ਸੀ, ਤਤਕਰਾ ਤਿਆਰ ਕੀਤਾ ਸੀ। ਹੁਣ ਤਾਂ ਆਪਣੇ ਕੋਲ ਮੋਬਾਈਲ ਫੋਨ ਹੈ ਨਾ, ਕੋਈ ਪੰਗਤੀ ਲੱਭਣੀ 1 ਮਿੰਟ 'ਚ ਲੱਭ ਲੈਂਦੇ ਆ। ਪਹਿਲਾਂ ਇੱਦਾਂ ਨਹੀਂ ਸੀ, ਕੋਈ ਵੀ ਪੰਗਤੀ ਲੱਭਣੀ ਹੁੰਦੀ ਸੀ ਬੜਾ ਔਖਾ ਹੁੰਦਾ ਸੀ। ਨਿਹੰਗ ਸਿੰਘ ਅਕਾਲੀ ਕੌਰ ਸਿੰਘ ਜੀ, ਉਹਨਾਂ ਨੇ 13 ਸਾਲ ਦਿਨ ਰਾਤ ਮਿਹਨਤ ਕੀਤੀ, ਗੁਰੂ ਗ੍ਰੰਥ ਸਾਹਿਬ ਦਾ ਇੰਡੈਕਸ ਤਿਆਰ ਕੀਤਾ, ਤਤਕਰਾ ਤਿਆਰ ਕੀਤਾ, ਜਿਹੜਾ ਪੰਜਾਬ ਸਰਕਾਰ ਭਾਸ਼ਾ ਵਿਭਾਗ ਵੱਲੋਂ ਛਪਦਾ ਹੈ, ਅਜੇ ਵੀ ਛਪਦਾ। ਉਹ ਤਤਕਰਾ ਤੇ ਹੋਰ ਵੀ ਬੜੇ ਗ੍ਰੰਥ ਲਿਖੇ। ਉਹ ਅਕਾਲੀ ਕੌਰ ਸਿੰਘ ਜੀ, ਨਿਹੰਗ ਸਿੰਘ ਜੀ ਕਸ਼ਮੀਰੀ ਪੰਡਤਾਂ ਵਿੱਚੋਂ ਹੀ ਸਿੰਘ ਸਜੇ ਸਨ, ਪਰ ਉਹਨਾਂ ਦੇ ਦਾਦੇ ਪੜਦਾਦੇ ਵੀ ਸਿੰਘ ਹੀ ਸਨ। ਸੋ ਇਸ ਤਰ੍ਹਾਂ ਦੇ ਸਿੱਖ ਗੁਰੂ ਕੇ ਪਿਆਰੇ ਕਸ਼ਮੀਰ ਵਿੱਚ ਭਾਈ ਮਾਧੋ ਦਾਸ ਸੋਢੀ ਦੇ ਪ੍ਰਚਾਰ ਨਾਲ ਬਣ ਗਏ। ਜੀਵਤ ਹੀ ਹੋਏ ਸਮ ਸੁਰ ਕੇ। ਕਹਿੰਦੇ ਜਿਉਂਦਿਆਂ ਹੀ ਦੇਵਤੇ ਬਣ ਗਏ ਕਿ ਮਰ ਕੇ ਤਾਂ ਪਤਾ ਨਹੀਂ ਕੀ ਬਣਨਾ ਕਿ ਨਹੀਂ ਬਣਨਾ। ਗੁਰੂ ਤਾਂ ਜਿਉਂਦਿਆਂ ਬਣਾ ਦਿੰਦਾ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ। ਧੰਨ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਹੋ ਗਈ। ਮਾਧੋ ਦਾਸ ਸੋਢੀ ਦੇ ਪ੍ਰਚਾਰ ਨਾਲ ਕਸ਼ਮੀਰ ਦੀਆਂ ਘਾਟੀਆਂ 'ਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੂੰਜਣ ਲੱਗ ਪਈ। ਘਰ ਘਰ ਗੁਰਬਾਣੀ ਪੜ੍ਹਦੇ, ਕੋਈ ਸੁਖਮਨੀ ਸਾਹਿਬ ਪੜ੍ਹਦਾ, ਕੋਈ ਆਸਾ ਦੀ ਵਾਰ ਦਾ ਕੀਰਤਨ ਕਰਦਾ, ਕੋਈ ਕਥਾ ਕਰਦਾ, ਕੋਈ ਸੁਣਦਾ। ਪਿੰਡਾਂ 'ਚ ਸਿੱਖੀ ਫੈਲ ਗਈ। ਸੇਵਾ ਦਾਸ ਵਿਪਰ ਇਕ ਤਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਕਸ਼ਮੀਰ ਦੇ ਵਿੱਚ ਇੱਕ ਬਾਹਮਣ ਸੀਗਾ, ਜਿਹਦਾ ਨਾਮ ਸੀ ਭਾਈ ਸੇਵਾ ਦਾਸ। ਜਾਤ ਦਾ ਪੰਡਤ ਸੀ, ਬ੍ਰਾਹਮਣ ਸੀ। ਸੇਵਾ ਦਾਸ ਉਹਦਾ ਨਾਮ ਸੀ। ਸਿਦਕ ਕਰਹਿ ਸਿੱਖੀ ਮੋਹ ਮਹਾ। ਗੁਰੂ ਦੀ ਸਿੱਖੀ ਤੇ ਬੜਾ ਭਰੋਸਾ ਰੱਖਦਾ। ਗੁਰਬਾਣੀ ਪੜ੍ਹ ਪੜ੍ਹ ਕੇ, ਸੁਣ ਸੁਣ ਕੇ, ਮਾਧੋ ਦਾਸ ਸੋਢੀ ਦੀ ਸੰਗਤ ਕਰ ਕਰਕੇ ਸੇਵਾ ਦਾਸ ਰੰਗਿਆ ਗਿਆ ਗੁਰੂ ਨਾਨਕ ਦੇ ਰੰਗ ਵਿੱਚ। ਉਹ ਗੁਰੂ ਕੀ ਬਾਣੀ ਦਾ ਅਭਿਆਸੀ ਬਣ ਗਿਆ ਤੇ ਗੁਰੂ ਘਰ ਦਾ ਪ੍ਰੇਮੀ ਬਣ ਗਿਆ। ਪੰਚਾਮ੍ਰਿਤ ਕਰਾਏ ਬਹੁ ਬਾਰੀ। ਭਾਈ ਸੇਵਾ ਦਾਸ ਲਗਭਗ ਰੋਜ਼ ਹੀ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਂਦਾ, ਰੋਜ਼ ਹੀ ਕੀਰਤਨ 'ਚ ਜਾਂਦਾ। ਜਿਹੜੀ ਕੋਈ ਸੇਵਾ ਮਿਲੇ, ਕਦੀ ਭਾਂਡੇ ਮਾਂਜਣ ਦੀ ਸੇਵਾ ਮਿਲੇ, ਕਦੀ ਲੰਗਰ ਪਕਾਉਣ ਦੀ ਸੇਵਾ ਮਿਲੇ, ਕਦੀ ਦੇਗ ਤਿਆਰ ਕਰਨ ਦੀ ਸੇਵਾ ਮਿਲੇ, ਜਿਹੜੀ ਸੇਵਾ ਮਿਲੇ ਦੌੜ ਦੌੜ ਕੇ ਕਰਦਾ ਹੈ। ਕਰਹਿ ਮੇਲ ਸੰਗਤ ਕੋ ਭਾਰੀ। ਤੇ ਗੁਰੂ ਕੀ ਸੰਗਤ ਦਾ ਜੋੜ ਮੇਲਾ ਕਰਦਾ, ਭਾਰੀ ਜੋੜ ਮੇਲਾ ਕਰਦਾ ਹੈ।
ਪਠਹਿ ਸੁਨਹਿ ਗੁਰ ਸ਼ਬਦ ਮਹਾਨਾ। ਤੇ ਸਾਧ ਸੰਗਤ ਦੀ ਬਾਣੀ ਪੜ੍ਹਦਾ ਹੀ ਰਹਿੰਦਾ। ਸੰਗਤ ਦਾ ਜੋੜ ਮੇਲਾ ਹੁੰਦਾ, ਭਾਈ ਸੇਵਾ ਦਾਸ ਉੱਥੇ ਵੀ ਬਾਣੀ ਪੜ੍ਹ ਕੇ ਸੰਗਤਾਂ ਨੂੰ ਸੁਣਾਉਂਦਾ, ਕੀਰਤਨ ਦੀ ਸੇਵਾ ਕਰਦਾ, ਕਥਾ ਕਰਦਾ। ਕਹਿੰਦਾ ਭਾਈ ਸਿੱਖੋ, ਭਾਈ ਪ੍ਰਾਣੀ ਮਾਤਰ ਨੂੰ ਕਹਿੰਦਾ ਗੁਰੂ ਨਾਨਕ ਦੇ ਲੜ ਲੱਗੋ, ਆਪਣਾ ਜਨਮ ਸਫਲਾ ਕਰੋ। ਪ੍ਰੇਮ ਕਰਹਿ ਸਤ ਸੰਗ ਸੁਜਾਨਾ। ਸੇਵਾਦਾਸ ਬ੍ਰਾਹਮਣ ਹੁਣ ਗੁਰੂ ਕਾ ਸਿੱਖ ਪੱਕਾ ਬਣ ਗਿਆ ਤੇ ਸਤ ਸੰਗ ਨਾਲ ਪ੍ਰੇਮ ਕਰਨ ਲੱਗਾ। ਨਿਜ ਸੁਤ ਕੀ ਦਿਸ਼ ਜਨਨੀ ਹੇਰਾ। ਉਹਦੀ ਮਾਂ ਬੜੀ ਬੰਦਗੀ ਵਾਲੀ ਸੀ। ਮਾਂ ਨੇ ਆਪਣੇ ਪੁੱਤਰ ਦੇ ਚਾਲੇ ਵੇਖੇ, ਪੁੱਤਰ ਦਾ ਰੰਗ ਢੰਗ ਬਦਲ ਗਿਆ, ਪੁੱਤਰ ਦਾ ਜੀਵਨ ਬਦਲ ਗਿਆ, ਪੁੱਤਰ ਦੇਵਤਾ ਬਣ ਗਿਆ, ਪੁੱਤਰ ਸਾਧੂ ਬਣ ਗਿਆ, ਪੁੱਤਰ ਦੇ ਬੋਲਾਂ ਵਿੱਚ ਕੋਈ ਕਸ਼ਿਸ਼ ਸੀ। ਕੋਈ ਮਾਂ ਵੀ ਉਸ ਬਚਨਾਂ ਤੋਂ ਪ੍ਰਭਾਵਿਤ ਹੋਈ। ਹਾਂਜੀ, ਉਪਜਿਓ ਹਿਰਦੇ ਪ੍ਰੇਮ ਵਡੇਰਾ। ਸੇਵਾ ਦਾਸ ਦੀ ਮਾਂ ਦੇ ਮਨ 'ਚ ਪ੍ਰੇਮ ਪੈਦਾ ਹੋਇਆ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੀ ਲਗਨ ਲੱਗ ਗਈ। ਸਤ ਸੰਗਤ ਕੀ ਪੰਕਤ ਜਹਾਂ। ਜਿੱਥੇ ਸਾਧ ਸੰਗਤ ਹੁੰਦੀ ਸੀ, ਜਿੱਥੇ ਪੰਗਤ ਲੱਗਦੀ ਸੀ, ਸੁਨਤ ਸ਼ੀਘਰ ਹੀ ਪਹੁੰਚ ਹੈ ਤਹਾਂ। ਆਪਣੇ ਪੁੱਤਰ ਤੋਂ ਪਹਿਲਾਂ ਮਾਂ ਪਹੁੰਚ ਜਾਂਦੀ, ਬੁੱਢੀ ਮਾਂ। ਉਹ ਜਾਂਦੀ ਉੱਥੇ ਜਿੱਥੇ ਕੀਰਤਨ ਹੁੰਦਾ, ਉੱਥੇ ਜਾ ਕੇ ਕੀਰਤਨ ਸੁਣਦੀ। ਸਤਿਗੁਰ ਕੇ ਗੁਣ ਸੁਨਹਿ ਅਛੇਰੇ। ਇਹ ਪੰਡਤਾਣੀ, ਪੰਡਤਾਂ ਦੀ ਧੀ, ਪੰਡਤਾਂ ਦੀ ਨੂੰਹ, ਪੰਡਤਾਂ ਦੀ ਮਾਂ, ਕਹਿੰਦੇ ਗੁਰੂ ਕੀ ਬਾਣੀ ਸੁਣ ਸੁਣ ਕੇ, ਕੀਰਤਨ ਸੁਣ ਸੁਣ ਕੇ ਫੇਰ ਹੈ ਪ੍ਰੇਮ ਏਕ ਜਨ ਕੇਰੇ। ਆਪਣੇ ਨਾਲ ਆਲੇ ਦੁਆਲੇ ਸਿੱਖਾਂ ਦਾ ਪ੍ਰੇਮ ਦੇਖਦੀ ਗੁਰੂ ਦੀ ਬਾਣੀ ਪ੍ਰਤੀ। ਸਾਧ ਸੰਗਤ ਜੀ, ਜਦੋਂ ਗੁਰੂ ਕੇ ਸਿੱਖ ਪ੍ਰੇਮੀ ਮਿਲਦੇ ਨਾ, ਉਹਨਾਂ ਨੂੰ ਵੇਖ ਕੇ ਪ੍ਰੇਮ ਜਾਗਦਾ ਵੀ ਅਸੀਂ ਵੀ ਸਿੱਖ ਬਣੀਏ। ਤਿਨਾਂ ਦੇਖ ਮਨ ਚਾਓ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਗੁਰਸਿੱਖਾਂ ਨੂੰ ਵੇਖ ਕੇ ਚਾਹ ਪੈਦਾ ਹੋਣਾ, ਤੋ ਵੇਖ ਵੇਖ ਕੇ ਚਾਹ ਪੈਦਾ ਹੁੰਦਾ ਹੈ। ਧਨ ਆਦਿਕ ਜੇ ਅਪਰ ਵਡਾਈ। ਜਿਹੜੀਆਂ ਦੁਨਿਆਵੀ ਵਡਿਆਈਆਂ ਨੇ, ਪੈਸਾ, ਅਮੀਰੀ, ਸ਼ੋਹਰਤ, ਜਿਹੜੀਆਂ ਦੁਨਿਆਵੀ ਚੀਜ਼ਾਂ ਨੇ, ਤਿਨਹੁ ਨ ਮਨ ਹੈ ਮਨ ਸੁਖਦਾਈ। ਹੁਣ ਮਨ ਉਹਨਾਂ ਵੱਲੋਂ ਹਟ ਗਿਆ। ਦੁਨਿਆਵੀ ਸਾਡਾ ਕਿੱਧਰ ਮਨ ਲੱਗਾ ਹੋਇਆ? ਜਾਂ ਤਾਂ ਪੈਸੇ ਪਿੱਛੇ ਲੱਗਾ ਹੋਇਆ, ਜਾਂ ਸ਼ੋਹਰਤ ਪਿੱਛੇ, ਵੀ ਸਾਨੂੰ ਲੋਕ ਕਹਿਣ ਵੀ ਬੜੇ ਵੱਡੇ ਸਰਦਾਰ ਨੇ, ਬੜੇ ਅਮੀਰ ਨੇ, ਬੜੇ ਪੈਸੇ ਵਾਲੇ ਨੇ, ਜਾਂ ਕਹਿਣ ਵੀ ਇਹ ਬੜੇ ਬਹੁਤ ਇੱਜ਼ਤ ਵਾਲੇ ਬੰਦੇ ਨੇ। ਇੱਦਾਂ ਇਹ ਸਾਡੇ ਲੋਕਾਂ ਦੇ ਮਨਾਂ ਵਿੱਚ ਇੱਕ ਖਾਹਿਸ਼ ਰਹਿੰਦੀ ਹੈ। ਪਰ ਜਦੋਂ ਰੱਬ ਦਾ ਇਸ਼ਕ ਲੱਗਦਾ, ਉਦੋਂ ਇਹਨਾਂ ਚੀਜ਼ਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ। ਮਾਈ ਤੇ ਉਹਦਾ ਪੁੱਤਰ ਦੋਵੇਂ ਹੀ ਦੁਨਿਆਵੀ ਚੀਜ਼ਾਂ ਤੋਂ ਉੱਪਰ ਹੋ ਗਏ। ਹੁਣ ਨਾ ਪੈਸੇ ਦੀ ਭੁੱਖ ਰਹੀ, ਤੇ ਨਾ ਸ਼ੋਭਾ ਵਡਿਆਈ, ਨਾ ਸ਼ੋਹਰਤ ਦੀ ਭੁੱਖ ਰਹੀ। ਹਾਂਜੀ, ਸ਼ਰਧਾ ਕਰੇ ਭਾਵਨਾ ਠਨ ਹੈ। ਹੁਣ ਮਾਈ ਤੇ ਉਹਦਾ ਪੁੱਤਰ ਗੁਰੂ ਘਰ ਤੇ ਸ਼ਰਧਾ ਰੱਖਦੇ ਨੇ, ਭਾਵਨਾ ਰੱਖਦੇ ਨੇ, ਬਾਣੀ ਪੜ੍ਹਦੇ ਨੇ, ਦੋਵੇਂ ਮਾਂ ਪੁੱਤਰ। ਔਰ ਸੇਵਕ ਕੇ ਪ੍ਰੇਮ ਪਛਾਨ ਹੈ। ਇਹ ਜਾਣ ਕੇ ਵੀ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਮਨਾਂ ਦਾ ਪ੍ਰੇਮ ਪਛਾਣਦੇ ਨੇ। ਗੁਰੂ ਸਾਹਿਬ ਦਿਲਾਂ ਦੀਆਂ ਜਾਣਨ ਵਾਲੇ ਨੇ। ਗੁਰੂ ਸਾਹਿਬ ਅੰਤਰਜਾਮੀ ਨੇ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਬੀਰ ਪਛਾਨਤ। ਇੱਦਾਂ ਜਾਣ ਕਰਕੇ ਬੂਝਤ ਰਹਿ ਪੁੱਤਰ ਕੇ ਪਾਸ। ਮਾਈ ਆਪਣੇ ਪੁੱਤਰ ਨੂੰ ਪੁੱਛਦੀ ਰਹਿੰਦੀ ਹੈ, ਕਿਮ ਸੁਭਾਵ ਕਹੋ ਸੇਵਾ ਦਾਸ। ਵੇ ਪੁੱਤਰ ਸੇਵਾ ਦਾਸ, ਤੂੰ ਤੇ ਅੰਮ੍ਰਿਤਸਰ ਗਿਆ, ਤੂੰ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ। ਪੁੱਤਰ ਮੈਨੂੰ ਸੁਣਾ, ਗੁਰੂ ਸਾਹਿਬ ਕਿਵੇਂ ਜੇ ਨੇ? ਗੁਰੂ ਸਾਹਿਬ ਦਾ ਰੂਪ ਰੰਗ ਕਿਹੋ ਜਿਹਾ? ਗੁਰੂ ਸਾਹਿਬ ਦਾ ਸੁਭਾਅ ਕਿੱਦਾਂ ਦਾ ਹੈ? ਗੁਰੂ ਸਾਹਿਬ ਬੋਲਦੇ ਕਿਵੇਂ ਨੇ? ਗੁਰੂ ਸਾਹਿਬ ਸੰਗਤਾਂ ਨੂੰ ਮਿਲਦੇ ਕਿਵੇਂ ਨੇ? ਗੁਰੂ ਸਾਹਿਬ ਨੂੰ ਕਿਹੜੀ ਚੀਜ਼ ਪਸੰਦ ਹੈ? ਇੱਦਾਂ ਮਾਂ ਪੁੱਛਦੀ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਅਵਸਥਾ ਹੁੰਦੀ ਹੈ, ਸਾਰਿਆਂ 'ਤੇ ਨਹੀਂ ਆਉਂਦੀ, ਪਰ ਗੁਰੂ ਦੇ ਪਿਆਰਿਆਂ 'ਤੇ ਅਵਸਥਾ ਆਉਂਦੀ ਹੈ। ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਪੁੱਛੋ ਸੰਤ ਮੇਰੋ ਠਾਕੁਰ ਕੈਸਾ। ਪੁੱਛੋ ਸੰਤ, ਮੈਂ ਸੰਤਾਂ ਨੂੰ ਪੁੱਛਾਂ
पूछो संत मेरो ठाकुर कैसा, ठाकुर कैसा देहो संदेशा, कह मोहन परवेसा। हे संतो मैनू दसो, मैसेज दिओ, मेरा स्वामी किहो जिहा है, मेरा गुरु किहो जिहा है। पूछो संत मेरो ठाकुर कैसा, ठाकुर कैसा देहो संदेशा, कह मोहन परवेसा। फिर होर बचन आउंदे, देहो संदेसरो कहियो प्रिय कहियो, बिस्म पई मैं बहुबिद सुनते, कहो सुहागण सहियो। हे सहेली, हे सही, मैनू उस प्रीतम दा सुनेहा दे, संदेशा दे, ਉਹਦਾ मैनू मैसेज दे, मेरा प्रीतम किदां दा है, मेरा वाहिगुरु किदां दा है, मेरा गुरु किदां दा है। इदां माई भाग भरी अपने पुत्र नूं पुछण लग पई, वे पुत्र सेवादास मैनू दस गुरु हरगोबिंद साहब जी किहो जे हन। बस है दूर किम दर्शन दे हैं। ਉਹ ਬਹੁਤ ਦੂਰ ਰਹਿੰਦੇ ਨੇ ਸਾਡੇ ਤੋਂ। ਮੈਂ ਬੁੱਢੀ ਹਾਂ। 100 ਸਾਲ ਦੀ ਉਮਰ ਦੱਸੀ ਇਤਿਹਾਸ ਵਿੱਚ। 100 ਸਾਲ ਹੁਣ ਬਜ਼ੁਰਗ ਬਹੁਤ ਜ਼ਿਆਦਾ ਹੋ ਜਾਂਦਾ ਬੰਦਾ। ਤੇ 100 ਸਾਲ ਦੇ ਵਿੱਚ 1000 1500 ਮੀਲ ਦਾ ਪਹਾੜ ਦਾ ਸਫ਼ਰ ਵੀ ਮਾਈ ਕਰ ਨਹੀਂ ਸਕਦੀ। ਕਹਿੰਦੀ ਪੁੱਤਰ ਜਿਹੜੇ ਦੂਰ ਰਹਿੰਦੇ ਨੇ, ਬਹੁਤ ਦੂਰ ਰਹਿੰਦੇ ਨੇ, ਉਹ ਗੁਰੂ ਦੇ ਦਰਸ਼ਨ ਕਿਵੇਂ ਕਰਨ? ਗੁਰੂ ਸਾਹਿਬ ਉਹਨਾਂ ਨੂੰ ਕਿਵੇਂ ਦਰਸ਼ਨ ਦਿੰਦੇ ਨੇ? ਜਨ ਹੈ ਨਹੀਂ ਕਿ ਜਨਨ ਸਨੇਹ। ਇਹ ਸੇਵਾਦਾਸ ਇਹ ਵੀ ਦੱਸ ਵੀ ਜਿਹੜੇ ਗੁਰੂ ਜੀ ਨੇ 6ਵੇਂ ਪਾਤਸ਼ਾਹ, ਉਹ ਆਪਣੇ ਭਗਤਾਂ ਦਾ ਪ੍ਰੇਮ ਜਾਣਦੇ ਵੀ ਨੇ ਕਿ ਨਹੀਂ ਜਾਣਦੇ? ਆਖੋ ਸ੍ਰੀ ਵਾਹਿਗੁਰੂ। ਉਹ ਦਿਲਾਂ ਦੀਆਂ ਜਾਣਦੇ ਨੇ ਕਿ ਨਹੀਂ ਜਾਣਦੇ? ਮੈਂ ਤੈਨੂੰ ਪੁੱਛਦੀ ਹਾਂ, ਤੂੰ ਜਾ ਕੇ ਆਇਆ, ਤੈਨੂੰ ਪਤਾ ਹੈ ਗੁਰੂ ਹਰਗੋਬਿੰਦ ਸਾਹਿਬ ਬਾਰੇ ਤੂੰ ਬਹੁਤ ਜਾਣਦਾ ਹੈ। ਮੈਂ ਤੈਨੂੰ ਇਹ ਪੁੱਛਦੀ ਹਾਂ ਵੀ ਦੂਰ ਵਾਲੇ ਸਿੱਖਾਂ ਨੂੰ ਦਰਸ਼ਨ ਕਿਵੇਂ ਦਿੰਦੇ ਨੇ? ਜਿਹੜੇ ਨਹੀਂ ਜਾ ਸਕਦੇ ਅੰਮ੍ਰਿਤਸਰ, ਉਹ ਕਿਵੇਂ ਦਰਸ਼ਨ ਕਰਦੇ ਨੇ ਉਹਨਾਂ ਦੇ? ਤੇ ਜਿਹੜੇ ਦੂਰ ਰਹਿੰਦੇ ਨੇ ਤੇ ਨਹੀਂ ਤੁਰ ਫਿਰ ਸਕਦੇ, ਉਹਨਾਂ ਦੇ ਦਿਲਾਂ ਦਾ ਪ੍ਰੇਮ ਵੀ ਜਾਣਦੇ ਨੇ ਕਿ ਨਹੀਂ ਜਾਣਦੇ? ਹਾਂਜੀ। ਬਿਨ ਦਰਸ਼ਨ ਤੇ ਤ੍ਰਿਪਤ ਨਾ ਮੋਹੀ। ਵੇ ਪੁੱਤਰ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਮੈਂ ਕਰਨੇ ਚਾਹੁੰਦੀ ਹਾਂ ਇਸੇ ਜ਼ਿੰਦਗੀ 'ਚ, ਇਹਨਾਂ ਅੱਖਾਂ ਨਾਲ ਹੀ। ਮਰਨ ਤੋਂ ਪਹਿਲਾਂ ਪਹਿਲਾਂ ਮੈਂ ਵੇਖਣਾ ਚਾਹੁੰਦੀ ਗੁਰੂ ਸਾਹਿਬ ਨੂੰ। ਜਿੰਨਾ ਚਿਰ ਦਰਸ਼ਨ ਨਹੀਂ ਨਾ ਕਰਦੀ, ਮੈਨੂੰ ਸ਼ਾਂਤੀ ਨਹੀਂ ਆਉਣੀ, ਮੈਨੂੰ ਚੈਨ ਨਹੀਂ ਆਉਣਾ, ਤੇ ਮੇਰੀ ਜਾਨ ਵੀ ਨਹੀਂ ਨਿਕਲਣੀ, ਸੁੱਖ ਨਾਲ ਮੇਰੇ ਸਵਾਸ ਨਹੀਂ ਨਿਕਲਣੇ। ਜਿੰਨਾ ਚਿਰ ਮੈਂ ਦਰਸ਼ਨ ਨਹੀਂ ਕਰਦੀ, ਨਾ ਮੈਂ ਜਿਉਂਦੀ ਹਾਂ ਨਾ ਮੈਂ ਮਰੀ ਹਾਂ। ਮੈਨੂੰ ਦੱਸ, ਉਹਨਾਂ ਦੇ ਦਰਸ਼ਨ ਹੋਣਗੇ ਕਿ ਨਹੀਂ ਮੈਨੂੰ? ਹਾਂਜੀ। ਮਿਲ ਹੈ ਜਬ ਹੈ ਨਹਿ ਸੰਸੈ ਹੋਹੀ। ਹਾਂ, ਜੇ ਮੈਨੂੰ ਮਿਲਣ, ਮੈਨੂੰ ਦਰਸ਼ਨ ਹੋਣ, ਮੇਰੇ ਸੰਸੇ ਦੂਰ ਹੋਣਗੇ। ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਹਾਂਜੀ। ਤੀਨ ਲੋਕਪਤ ਕੇਰ ਸੁਭਾਉ। ਉਹ ਤਿੰਨਾਂ ਲੋਕਾਂ ਦੇ ਮਾਲਕ ਸੁਣੀਦੇ ਨੇ, ਖੰਡਾਂ ਬ੍ਰਹਮੰਡਾਂ ਦੇ ਮਾਲਕ ਸੁਣੀਦੇ ਨੇ। ਉਹਨਾਂ ਦਾ ਸੁਭਾਅ ਸੁਣਿਆ, ਵੇਦਾਂ ਸ਼ਾਸਤਰਾਂ ਪੁਰਾਣਾਂ ਵਿੱਚ ਉਹਨਾਂ ਦੀ ਮਹਿਮਾ ਗਾਈ ਹੋਈ ਹੈ। ਹਾਂਜੀ। ਦਾਸਨ ਸੰਗ ਫਿਰ ਹੈ ਹਰ ਥਾਉ। ਸੇਵਾਦਾਸ, ਮੈਂ ਵੇਦਾਂ ਦੀ ਕਥਾ ਸੁਣੀ। ਪੰਡਤਾਂ ਦੀ ਧੀ ਸੀ ਨਾ, ਤੇ ਵੇਦ ਸ਼ਾਸਤਰ ਗ੍ਰੰਥ ਸਾਰੇ ਪੜ੍ਹੀ ਸੁਣੀ ਸੀ, ਵਿਦਵਾਨ ਸੀ ਮਾਈ। ਕਹਿੰਦੀ ਮੈਂ ਪੁੱਤਰ ਕਥਾ ਸੁਣੀ ਹੈ ਵੀ ਆਪਣੇ ਭਗਤਾਂ ਦੇ ਮਗਰ ਮਗਰ ਫਿਰਦਾ ਭਗਵਾਨ। ਉਹਨਾਂ ਦੇ ਖੇਤਾਂ 'ਚ ਹਲ ਵਾਹੁੰਦਾ ਹੈ, ਉਹਨਾਂ ਦੇ ਤੇ ਕਿਆਰੇ ਮੋੜਦਾ ਹੈ, ਉਹਨਾਂ ਦੇ ਤਾਂ ਪਸ਼ੂ ਵੀ, ਡੰਗਰ ਵੀ ਚਾਰ ਦਿੰਦਾ, ਗਊਆਂ ਚਾਰ ਦਿੰਦਾ ਉਹਨਾਂ ਦੀਆਂ। ਇਹ ਮੈਂ ਸੁਣਿਆ। ਹਾਂਜੀ। ਨਾਮਦੇਵ ਅਰ ਭਗਤ ਕਬੀਰ। ਇਹ ਵੀ ਸੁਣਿਆ ਵੀ ਨਾਮਦੇਵ ਦੇ ਨਾਲ ਰਹਿੰਦਾ ਰਿਹਾ, ਤੇ ਇਹ ਵੀ ਸੁਣਿਆ ਵੀ ਕਬੀਰ ਦੇ ਪਿੱਛੇ ਪਿੱਛੇ ਫਿਰਦਾ ਹੁੰਦਾ ਸੀ। ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਮੈਂ ਸੁਣਿਆ। ਹਾਂਜੀ। ਰਹੇ ਸੰਗ ਇਨ ਗੁਣੀ ਗਹੀਰ। ਕਿ ਮਹਾਰਾਜ ਇਹਨਾਂ ਦੇ ਨਾਲ ਰਹੇ ਨੇ, ਆਪਣੇ ਭਗਤਾਂ ਦੇ ਨਾਲ ਰਹੇ ਨੇ। ਬਾਂਦੀ ਛਪਰੀ ਕਾਰਜ ਕੀਨਾ। ਨਾਮਦੇਵ ਦੀ ਛੰਨ ਬੰਨੀ ਸੀ। ਨਾਮਦੇਵ ਦੇ ਘਰ ਨੂੰ ਅੱਗ ਲੱਗ ਗਈ, ਘਰ ਸੜ ਗਿਆ ਸੀ, ਤੇ ਆ ਕੇ ਭਗਵਾਨ ਨੇ ਨਵਾਂ ਘਰ ਬਣਾ ਕੇ ਦਿੱਤਾ ਸੀ ਆਪਣੇ ਹੱਥੀਂ।
ਬਿਠਲ ਦੇਹੁਰਾ ਫੇਰ ਸੋ ਦੀਨਾ। ਤੇ ਫਿਰ ਆਉਂਦੇ ਨਾਗਨਾਥ ਦੇ ਮੰਦਿਰ ਦਾ ਪੰਡਤਾਂ ਨੇ ਜਦੋਂ ਕੱਢ ਕੇ ਬਾਹਰ ਬਹਾ ਦਿੱਤਾ ਸੀ ਵੀ ਤੂੰ ਇੱਥੇ ਭਗਤੀ ਨਹੀਂ ਕਰ ਸਕਦਾ, ਸ਼ੂਦਰ ਹੈ, ਤੇ ਮਹਾਰਾਜ ਨੇ ਆ ਕੇ ਮੰਦਿਰ ਦਾ ਬੂਹਾ ਹੀ ਪਵਾ ਦਿੱਤਾ ਸੀਗਾ। ਜਿੱਧਰ ਪੰਡਤ ਸੀ ਉਧਰ ਪਿੱਠ ਕਰਤੀ ਸੀ, ਜਿੱਧਰ ਨਾਮਦੇਵ ਬੈਠਾ ਸੀ ਉਧਰ ਮੂੰਹ ਕਰਤਾ ਸੀ। ਹਾਂਜੀ। ਕੇਤਿਕ ਗਿਨੀਆ ਹੈ ਗੁਣ ਤਿਨ ਕੇਰੇ। ਹੇ ਪੁੱਤਰ, ਸੁਣਿਆ ਵੀ ਉਹਨਾਂ ਦੇ ਬੜੇ ਗੁਣ ਨੇ, ਬੜੀ ਉਹਨਾਂ ਦੀ ਮਹਿਮਾ ਹੈ, ਗਿਣੀ ਨਹੀਂ ਜਾ ਸਕਦੀ। ਭਗਤਨ ਕਾਜ ਕਰੇ ਫਿਰ ਫੇਰੇ। ਕਹਿੰਦੇ ਆਪਣੇ ਭਗਤਾਂ ਦੇ ਕੰਮ ਕਰਦਾ ਫਿਰਦਾ ਹੈ, ਭਗਤਾਂ ਦੇ ਨਾਲ ਤੁਰਿਆ ਫਿਰਦਾ ਹੈ। ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ, ਹਰ ਯੁੱਗ ਵਿੱਚ ਭਗਤਾਂ ਦੇ ਨਾਲ ਰਹਿੰਦਾ। ਹਾਂਜੀ। ਸਤਿਗੁਰ ਹੈ ਤਿਨ ਕੈ ਅਵਤਾਰ। ਉਸ ਪਰਮੇਸ਼ਰ ਦਾ, ਉਸ ਵਾਹਿਗੁਰੂ ਦਾ ਅਵਤਾਰ ਤਾਂ ਗੁਰੂ ਹਰਗੋਬਿੰਦ ਸਾਹਿਬ ਹਨ। ਸਿੱਖਨ ਕਾਜ ਸੁਧਾਰਨ ਹਾਰ। ਆਪਣੇ ਸਿੱਖਾਂ ਦੇ ਕੰਮ ਸਵਾਰਨ ਵਾਲੇ ਹਨ ਛੇਵੇਂ ਪਾਤਸ਼ਾਹ ਜੀ। ਸ੍ਰੀ ਨਾਨਕ ਆਦਿਕ ਗੁਰ ਭਏ। ਜਿਹੜੀਆਂ 5 ਪਾਤਸ਼ਾਹੀਆਂ ਪਹਿਲਾਂ ਹੋ ਚੁੱਕੀਆਂ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ, ਦੇਖ ਪ੍ਰੇਮ ਸਿੱਖਿਅਨ ਕੋ ਗਏ। ਉਹ ਵੀ ਆਪਣੇ ਸਿੱਖਾਂ ਦਾ ਪ੍ਰੇਮ ਵੇਖ ਕੇ ਦਰਸ਼ਨ ਦੇਣ ਜਾਂਦੇ ਰਹੇ ਨੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਜੇ ਸ਼ਿਵਨਾਭ ਦਾ ਪ੍ਰੇਮ ਵੇਖ ਕੇ ਸਿੰਗਲਾ ਦੀਪ ਸਮੁੰਦਰੋਂ ਪਾਰ ਉਹਦੇ ਟਾਪੂ 'ਚ ਗਏ ਸਨ। ਹੋਰ ਵੀ ਗੁਰੂ ਸਾਹਿਬਾਂ ਨੇ ਜਿੱਥੇ ਜਿੱਥੇ ਕੋਈ ਯਾਦ ਕਰਦਾ ਸੀ ਉੱਥੇ ਜਾ ਜਾ ਕੇ ਦਰਸ਼ਨ ਦਿੱਤੇ ਹਨ। ਸੁਨੀਤ ਅਹ ਸ਼ਾਹਦੀ ਸਾਰੇ। ਹੇ ਪੁੱਤਰ ਸੇਵਾ ਦਾਸ, ਬੜੀਆਂ ਸਾਖੀਆਂ ਸੁਣੀਆਂ ਨੇ, ਬੜੀਆਂ ਗਵਾਹੀਆਂ ਸ਼ਾਦੀਆਂ ਸੁਣੀਆਂ ਨੇ। ਆਦ ਸੰਗਲਾ ਦੀਪ ਸਿਧਾਰੇ। ਗੁਰੂ ਨਾਨਕ ਦੇਵ ਜੀ ਸੰਗਲਾ ਦੀਪ ਚ ਰਾਜੇ ਸ਼ਿਵਨਾਭ ਨੂੰ ਦਰਸ਼ਨ ਦੇਣ ਗਏ ਸਨ। ਦੇਖਿਓ ਨਿਰਪ ਕੋ ਪ੍ਰੇਮ ਵਡੇਰੇ। ਰਾਜੇ ਸ਼ਿਵਨਾਭ ਦਾ ਪ੍ਰੇਮ ਦੇਖਿਆ ਸੀ ਤੇ ਰਾਜੇ ਸ਼ਿਵਨਾਭ ਨੂੰ ਜਾ ਕੇ ਮਹਾਰਾਜ ਪਹਿਲੀ ਪਾਤਸ਼ਾਹੀ ਨੇ ਦਰਸ਼ਨ ਦਿੱਤੇ ਸਨ। ਕਰਿਓ ਨਿਹਾਲ ਗਏ ਤਿਸ ਡੇਰੇ। ਉਹਦੇ ਘਰ ਜਾ ਕੇ ਉਹ ਨਿਹਾਲ ਕੀਤਾ ਸੀ। ਮੈਂ ਐਸੇ ਗੁਣ ਸਿਮਰਨ ਕਰਾਂ। ਵੇ ਪੁੱਤਰ ਸੇਵਾ ਦਾਸ, ਮੈਂ ਵੀ ਹਰ ਵੇਲੇ ਗੁਰੂ ਮਹਾਰਾਜ ਦੇ ਇਹਨਾਂ ਗੁਣਾਂ ਨੂੰ ਯਾਦ ਕਰਦੀ ਰਹਿੰਦੀ ਆ। ਹੇਰਨ ਹੇਤ ਪ੍ਰੇਮ ਉਰ ਧਰਾਂ। ਤੇ ਵੇ ਸੇਵਾ ਦਾਸ, ਮੈਂ ਮਨ ਵਿੱਚ ਸੋਚਦੀ ਆ ਵੀ ਇਸ ਜੀਵਨ ਦੀ ਜੋਤ ਬੁਝਣ ਤੋਂ, ਅੱਖਾਂ ਦੀ ਜੋਤ ਬੁਝ ਜਾਵੇ, ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਅੱਖਾਂ ਨਾਲ ਮੈਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਪਰਮੇਸ਼ਰ ਦੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰ ਲਵਾਂ। ਸੇਵਾ ਦਾਸ ਪੁੱਤਰ ਸੁਨ ਕਾਨ। ਵੇ ਪੁੱਤਰ ਸੇਵਾ ਦਾਸ, ਮੇਰੀ ਗੱਲ ਸੁਣ। ਕਹਿਓ ਜੇ ਹਮਰੇ ਭਾਗ ਮਹਾਨ। ਜੇ ਸਾਡੇ, ਇਹ ਜਦੋਂ ਗੱਲ ਮਾਂ ਦੀ ਸੁਣੀ ਨਾ ਸੇਵਾ ਦਾਸ ਨੇ, ਮਾਂ ਦਾ ਪ੍ਰੇਮ ਵੇਖਿਆ, ਆਪਣੀ ਮਾਂ ਨੂੰ ਕਹਿਣ ਲੱਗਾ, ਮਾਂ ਜੇ ਸਾਡੇ ਭਾਗ ਚੰਗੇ ਹੋਏ। ਜਨ ਹੈ ਪ੍ਰੇਮ ਹਿਰਦੇ ਕੋ ਜਬੈ। ਉਹ ਮਹਾਰਾਜ ਸਾਡੇ ਮਨ ਦਾ ਪ੍ਰੇਮ ਜਾਣਨਗੇ। ਦੇਹ ਦਰਸ ਆਵ ਹੈ ਗੁਰ ਤਬੈ। ਤੇ ਆ ਕੇ ਦਰਸ਼ਨ ਦੇਣਗੇ। ਆਖੋ ਸ੍ਰੀ ਵਾਹਿਗੁਰੂ। ਆ ਕੇ ਦਰਸ਼ਨ ਦੇਣਗੇ ਜੇ ਸਾਡੇ ਮਨ ਦਾ ਪ੍ਰੇਮ ਜਾਣਨਗੇ। ਇਮ ਕਹਿ ਸੁਨ ਕੇ ਬ੍ਰਿਦਾ ਮਹਾਨੀ। ਏਦਾਂ ਬਿਰਧ ਮਾਈ ਭਾਗ ਭਰੀ ਜੀ। ਸਾਧ ਸੰਗਤ ਜੀ, ਇਸ ਮਾਤਾ ਜੀ ਦਾ ਨਾਮ ਧੰਨ ਧੰਨ ਮਾਤਾ ਭਾਗ ਭਰੀ ਜੀ ਹੈ, ਜਿਹੜੇ ਕਸ਼ਮੀਰ ਵਿੱਚ ਉਹਨਾਂ ਦਾ ਗੁਰਦੁਆਰਾ ਪਾਤਸ਼ਾਹੀ 6ਵੀਂ ਕਾਠੀ ਦਰਵਾਜ਼ੇ ਦੇ ਲਾਗੇ ਮਾਈ ਭਾਗ ਭਰੀ ਦਾ ਘਰ ਹੈ। ਸੋ ਇਹ ਭਾਗਾਂ ਵਾਲੀ ਮਾਈ ਆਪਣੇ ਪੁੱਤਰ ਸੇਵਾ ਦਾਸ ਦੀਆਂ ਗੱਲਾਂ ਸੁਣ ਕੇ ਗੁਰ ਦੇਖਨ ਹਿਤ ਪ੍ਰੀਤੀ ਠਾਨੀ। ਇਹਨੇ ਮਹਾਰਾਜ ਦੇ ਦਰਸ਼ਨ ਕਰਨ ਲਈ ਮਨ 'ਚ ਪ੍ਰੇਮ ਠਾਣ ਲਿਆ, ਪੱਕਾ ਨਿਸ਼ਚਾ ਕਰ ਲਿਆ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ, ਫੇਰ ਚੋਲਾ ਛੱਡਣਾ। ਸਾਧ ਸੰਗਤ ਜੀ, ਰੱਬ ਦੇ ਪਿਆਰਿਆਂ ਦੇ ਦਾਅਵੇ ਵੀ ਬੜੇ ਕਮਾਲ ਦੇ ਆ। ਇੱਕ ਤੋਂ ਇੱਕ ਚੜ੍ਹਦੇ ਭਗਤ ਨੇ। ਮਾਈ ਭਾਗ ਭਰੀ ਵੀ ਮਹਾਨ ਭਗਤਣੀ ਹੈ। ਹਾਂਜੀ। ਇਤਿਆਦਿਕ ਗੁਣ ਕਰਹਿ ਵਿਚਾਰਨ। ਇਸ ਤਰ੍ਹਾਂ ਦੇ ਗੁਣਾਂ ਨੂੰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਣਾਂ ਨੂੰ ਵਿਚਾਰਦੀ ਹੈ। ਤੇ ਹਰ ਵੇਲੇ ਹੁਣ
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਇਹ ਜਾਪ ਸ਼ੁਰੂ ਕਰ ਦਿੱਤਾ। ਆਓ ਸੱਚੇ ਪਾਤਸ਼ਾਹ ਦਰਸ਼ਨ ਦਿਓ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਨੋਂ ਅਣ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਇਉਂ ਮਹਾਰਾਜ ਦੇ ਦਰਸ਼ਨਾਂ ਲਈ ਤਰਸਣ ਲੱਗ ਪਈ। ਅਪਰ ਕਹਾਂ ਲਗ ਕਰਾਂ ਉਚਾਰਨ। ਕਵੀ ਜੀ ਲਿਖਦੇ ਨੇ, ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਕਿ ਮੈਂ ਕਿੱਥੋਂ ਤੱਕ ਦੱਸਾਂ। ਨਿਤ ਪ੍ਰਤ ਗੁਰ ਗੁਣ ਨਏ ਵਿਚਾਰ ਹੈ। ਹੁਣ ਆਪਣੇ ਮਨ ਵਿੱਚ ਗੁਰੂ ਸਾਹਿਬ ਦੇ ਨਵੇਂ ਨਵੇਂ ਗੁਣਾਂ ਨੂੰ ਵਿਚਾਰਨ ਲੱਗ ਪਏ। ਆਪਣੇ ਮਨ ਦੀ ਉਡਾਰੀ, ਖਿਆਲਾਂ ਦੀ ਉਡਾਰੀ 'ਚ ਕਦੀ ਗੁਰੂ ਸਾਹਿਬ ਨੂੰ ਪਰਮੇਸ਼ਰ ਦੇ ਰੂਪ 'ਚ ਦੇਖਦੀ ਹੈ, ਕਦੀ ਮਹਾਰਾਜ ਨੂੰ ਨਾਰਾਇਣ, ਕਦੀ ਹਰੀ, ਕਦੀ ਗੋਬਿੰਦ, ਕਦੀ ਬੱਲਭ, ਕਦੀ ਮਹਾਰਾਜ ਦਾ ਕੋਈ ਨਾਮ ਲੈਂਦੀ ਹੈ, ਕਦੀ ਮਹਾਰਾਜ ਦਾ ਕੋਈ ਨਾਮ ਲੈਂਦੀ ਹੈ। ਜਿੰਨੇ ਪਰਮੇਸ਼ਰ ਦੇ ਗੁਣ ਨੇ ਓਨੇ ਹੀ ਉਹਦੇ ਨਾਮ ਨੇ। ਆ ਜਾਪ ਸਾਹਿਬ ਵਿੱਚ ਪੜ੍ਹਦੇ, ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਇੱਦਾਂ ਪਰਮੇਸ਼ਰ ਦੇ ਹੋਰ ਵੀ ਬੜੇ ਨਾਮ ਨੇ, ਬੜੇ ਨਾਮ। ਗੁਰਬਾਣੀ ਭਰੀ ਪਈ ਹੈ ਸ਼ਬਦ ਮਹਾਰਾਜ ਪਰਮੇਸ਼ਰ ਦੇ ਨਾਮਾਂ ਨਾਲ। ਉਹਨਾਂ ਨੂੰ ਜਪ ਜਪ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਕਰਦੀ ਹੈ। ਦਰਸ਼ਨ ਕੋ ਸਨੇਹ ਉਰ ਧਰ ਹੈ। ਤੇ ਹਰ ਵੇਲੇ ਦਰਸ਼ਨ ਦਾ ਹੀ, ਦਰਸ਼ਨਾਂ ਦੀ ਪਿਆਸ। ਮਹਾਰਾਜ ਦਰਸ਼ਨ ਦਿਓ, ਦਰਸ਼ਨ ਦਿਓ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਉਂ ਅਰਦਾਸਾਂ ਕਰਦੀ ਹੈ। ਪੁਨ ਉਪਾਏ ਇੱਕ ਰਚੋ ਨਵੀਨ। ਫਿਰ ਇਹਨੇ ਇੱਕ ਨਵਾਂ ਉਪਾਅ ਸੋਚ ਲਿਆ। ਜਦੋਂ ਕੋਈ ਕਿਸੇ ਰਾਹ ਤੇ ਤੁਰਦਾ ਨਾ, ਰੱਬ ਰਾਹ ਵੀ ਵਿਖਾਈ ਜਾਂਦਾ ਤੇ ਰਾਹ ਦੇ ਵਿੱਚੋਂ ਰਾਹ ਬਣੀ ਜਾਂਦਾ। ਇੱਕ ਮਾਈ ਨੂੰ ਨਵਾਂ ਰਾਹ ਸੁਝਿਆ। ਹਾਂਜੀ, ਦੁਰਲਭ ਤੂਲ ਮੋਲ ਵੱਡ ਲੀਨ। ਇਹਨੇ ਸਾਧ ਸੰਗਤ ਜੀ ਬੜੀ ਮਹਿੰਗੀ ਵਧੀਆ ਕਿਸਮ ਦੀ ਰੂਈ ਖਰੀਦੀ। ਕਪਾਹ ਜਿਹੜੀ ਚੰਗੇ ਵਧੀਆ ਨਸਲ ਦੀ ਹੁੰਦੀ, ਕਈ ਤਰ੍ਹਾਂ ਦੀ ਹੁੰਦੀ ਹੈ ਨਾ, ਮਾੜੀ ਘਟੀਆ ਵੀ ਕਪਾਹ ਵੀ ਹੁੰਦੀ ਹੈ ਤੇ ਵਧੀਆ ਕਪਾਹ, ਚੰਗੀ ਜਿਹੜੀ ਦੁਰਲਭ ਕਪਾਹ ਚੰਗੀ ਨਸਲ ਦੀ, ਉਹ ਲਈ ਹੈ। ਨਿਜ ਹਾਥਨ ਤੇ ਤੁੰਬਨ ਕਰਕੇ। ਤੇ ਫਿਰ ਹੱਥਾਂ ਨਾਲ ਉਹ ਕਪਾਹ ਦੀ ਜਿਹੜੀਆਂ ਸਨ ਉਹਨੂੰ ਤੁੰਬਿਆ, ਕਪਾਹ ਦੇ ਫੁੱਲਾਂ ਨੂੰ। ਹਾਂਜੀ, ਬੀਨ ਬੀਨ ਤਹਿ ਭਲੋ ਸੁ ਧਰ ਕੇ। ਉਹਦੇ ਵਿੱਚ ਚੁਣ ਕੇ ਨਾ ਚੰਗੇ ਚੰਗੇ ਜਿਹੜੇ ਗੋੜੇ ਸਨ ਕੱਢੇ ਹਨ। ਹਾਂਜੀ, ਗੁਰ ਗੁਣ ਗਾਵਤ ਕਰਤ ਸੋ ਕਾਰ। ਨਾਲੇ ਗੁਰੂ ਗੁਰੂ ਜਪਦੀ ਹੈ ਤੇ ਨਾਲੇ ਕਪਾਹ ਚੁਣਦੀ ਹੈ ਮਾਈ। ਕਾਤ ਹੈ ਸੂਖਮ ਸੂਤ ਸੁਧਾਰ। ਤੇ ਫਿਰ ਬਰੀਕ ਬਰੀਕ ਬਹੁਤ ਸੂਖਮ ਚਰਖੇ ਦੇ ਉੱਤੇ ਨਾ ਸੂਤਰ ਕੱਤਣਾ ਸ਼ੁਰੂ ਕੀਤਾ। ਸੂਤਰ ਵੀ ਕਈ ਤਰ੍ਹਾਂ ਦਾ ਕੱਤਿਆ ਜਾਂਦਾ। ਬਰੀਕ ਕੱਤਣਾ ਜਿਹੜਾ ਬਹੁਤ ਮਹਿੰਗੇ ਕੱਪੜੇ ਵਾਸਤੇ ਵਰਤਿਆ ਜਾਵੇ, ਇਹੋ ਜਿਹਾ ਬਰੀਕ ਸੂਤਰ ਕੱਤਣਾ, ਧਾਗਾ ਬਣਾਉਣਾ ਸ਼ੁਰੂ ਕੀਤਾ ਹੈ। ਇੱਕ ਸਮ ਕਰਕੇ ਬਟੋ ਚੜਾਵੈ। ਫਿਰ ਇੱਕੋ ਜਿਹਾ ਕਰਕੇ ਨੂੰ ਬਟਾ ਚਾੜਦੀ ਹੈ, ਸੂਤਰ ਤਿਆਰ ਕਰਦੀ ਹੈ। ਚਰਖਾ ਫੇਰ ਹੈ ਸੂਤ ਬਣਾਵੈ। ਨਾਲ ਨਾਲ ਚਰਖਾ ਫੇਰਦੀ ਹੈ ਤੇ ਨਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਇਹ ਕਹਿੰਦੀ ਹੈ। ਹਾਂਜੀ, ਸਹਿਤ ਪ੍ਰੀਤ ਕੇ ਕਰਹਿ ਅਟੇਰਨ। ਔਰ ਫਿਰ ਬੜੇ ਪ੍ਰੇਮ ਨਾਲ ਅਟਦੀ ਹੈ, ਅਟੇਰਨਾ ਕਰਦੀ ਹੈ। ਦਿਨ ਪ੍ਰਤ ਅਬ ਲਾਖਤ ਗੁਰ ਹੇਰਨ। ਤੇ ਦਿਨ ਰਾਤ ਹਰ ਵੇਲੇ ਇਹੀ ਇੱਛਾ, ਕਦੀ ਮਹਾਰਾਜ ਆਉਣ ਮੇਰੇ ਘਰ ਤੇ ਮੈਂ ਦਰਸ਼ਨ ਕਰਾਂ ਤੇ ਇਸ ਸੂਤਰ ਦਾ ਚੋਲਾ ਪਵਾਵਾਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ। ਹਾਂਜੀ, ਹੇ ਪ੍ਰਭ ਮੈਂ ਬਿਰਦਾ ਬਹੁ ਹੋਈ। ਕਹਿੰਦੀ, ਹੇ ਪ੍ਰਭੂ ਜੀ ਮੈਂ ਬਹੁਤ ਬਿਰਧ ਹੋ ਚੁੱਕੀ ਹਾਂ, ਮੇਰੀ ਉਮਰ 100 ਸਾਲ ਨੂੰ ਅੱਪੜੀ ਹੋਈ ਹੈ ਮਹਾਰਾਜ। ਨਹੀਂ ਸਮਰਥ ਗਮਨ ਕੀ ਕੋਈ। ਮਹਾਰਾਜ ਮੈਂ ਸ੍ਰੀ ਅੰਮ੍ਰਿਤਸਰ ਨਹੀਂ ਆ ਸਕਦੀ, ਮੇਰੇ ਸਰੀਰ 'ਚ ਇੰਨਾ ਬਲ ਨਹੀਂ, ਮੈਂ ਇੰਨਾ ਲੰਮਾ ਸਫ਼ਰ ਨਹੀਂ ਕਰ ਸਕਦੀ। ਪੰਥ ਪਹਾੜਨ ਕੋ ਬਹੁ ਦੂਰ। ਪਹਾੜਾਂ ਦਾ ਰਸਤਾ ਹੈ, ਪਹਾੜਾਂ ਦਾ ਸਫ਼ਰ ਬਾਹਲੀ ਦੂਰ ਹੈ। ਸਾਧ ਸੰਗਤ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਗਭਗ 1000-1500 ਕਿਲੋਮੀਟਰ ਬਣ ਜਾਂਦਾ। ਕਸ਼ਮੀਰ ਸ੍ਰੀਨਗਰ ਕੋ ਨੇੜੇ ਤਾਂ ਨਹੀਂ। ਫਿਰ ਪਹਾੜੀ ਰਸਤਾ,
ਅੱਜ ਕੱਲ੍ਹ ਗੱਡੀਆਂ ਕਾਰਾਂ ਵਾਲੇ ਵੀ ਜਾਂਦਿਆਂ ਡਰਦੇ ਨੇ। ਉਹ ਕਸ਼ਮੀਰ ਦੇ ਵਿੱਚ ਅਸੀਂ ਗਏ ਹਾਂ ਵੀ ਜੰਮੂ ਤੋਂ ਬਹੁਤ ਟਾਈਮ ਲੱਗਦਾ, ਪਹਾੜੀ ਰਸਤਾ ਨਾ, ਗੱਡੀਆਂ ਵਿੱਚ ਜਾਈਏ ਤਾਂ ਬਹੁਤ ਟਾਈਮ ਲੱਗਦਾ, ਲਗਭਗ 16-17 ਘੰਟੇ ਜਾਂ 20 ਘੰਟੇ ਦੇ ਨੇੜੇ ਟਾਈਮ ਲੱਗ ਜਾਂਦਾ। ਜਹਾਜ਼ 'ਤੇ ਜਾਈਏ ਚੰਡੀਗੜ੍ਹ ਤੋਂ ਘੰਟਾ ਸਵਾ ਘੰਟਾ ਉਹ ਜਹਾਜ਼ 'ਤੇ ਵੀ ਲੱਗ ਜਾਂਦਾ। ਸੋ ਸ਼੍ਰੀਨਗਰ ਰਹਿੰਦੀ ਸੀ, ਕਹਿੰਦੀ ਪੰਥ ਪਹਾੜਨ ਕੋ ਬਹੁਤ ਦੂਰ, ਪਹਾੜਾਂ ਦਾ ਸਫ਼ਰ ਹੈ, ਦੂਰ ਹੈ। ਮਹਾਰਾਜ ਮੈਂ ਇੰਨੀ ਦੂਰ ਕਿਵੇਂ ਆਵਾਂਗੀ, ਬਜ਼ੁਰਗ ਹੋ ਚੁੱਕੀ ਹਾਂ। ਹਾਂਜੀ, ਊਚ ਨੀਚ ਥਲ ਲਖੀਅਤ ਭੂਰ। ਕਿਤੇ ਉੱਚੀਆਂ ਉੱਚੀਆਂ ਚੜ੍ਹਾਈਆਂ ਪਹਾੜਾਂ ਦੀਆਂ, ਫਿਰ ਕਿਤੇ ਬੜੀਆਂ ਡੂੰਘੀਆਂ ਖੱਡਾਂ, ਕਿਤੇ ਚੜ੍ਹਾਈ ਚੜ੍ਹਨੀ ਪੈਂਦੀ ਹੈ, ਕਿਤੇ ਫਿਰ ਉਤਰਾਈ ਆ ਜਾਂਦੀ ਹੈ। ਇੰਨਾ ਲੰਮਾ ਸਫ਼ਰ ਬਜ਼ੁਰਗ ਮਾਈ ਕਿਵੇਂ ਕਰੇ। ਹਾਂਜੀ, ਨਾਹੇ ਤਾਂ ਮੈਂ ਅੰਮ੍ਰਿਤਸਰ ਆਵਤ। ਜੇ ਗੁਰੂ ਜੀ ਮੈਂ ਤਗੜੀ ਹੁੰਦੀ ਨਾ ਤੇ ਮੈਂ ਅੰਮ੍ਰਿਤਸਰ ਆਉਂਦੀ ਤੇ ਖੱਦਰ ਦਾ ਚੋਲਾ ਤੁਹਾਡੇ ਵਾਸਤੇ ਬਣਾ ਕੇ ਲਿਆਉਂਦੀ, ਤੁਹਾਨੂੰ ਉੱਥੇ ਪਵਾਉਂਦੀ, ਤੁਹਾਡੇ ਦਰਸ਼ਨ ਕਰਦੀ। ਪਰ ਮਹਾਰਾਜ ਬੇਬਸੀ ਹੈ, ਉਮਰ 100 ਸਾਲ ਦੀ ਹੈ। ਹੁਣ ਮੇਰੇ 'ਚ ਇੰਨੀ ਸਮਰੱਥਾ ਨਹੀਂ ਕਿ ਮੈਂ ਤੁਹਾਡੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਆ ਸਕਾਂ। ਨਿਜ ਕਰ ਸੋ ਅੰਬਰ ਪਹਿਰਾਵਤ। ਆਪਣੇ ਹੱਥੀਂ ਚੋਲਾ ਪਵਾਉਂਦੀ ਤੁਹਾਨੂੰ ਆ ਕੇ, ਮੈਂ ਅੰਮ੍ਰਿਤਸਰ ਆ ਕੇ। ਸ਼ਕਤਹੀਨ ਕਿਮ ਗਮਨੋ ਸੁਆਮੀ। ਪਰ ਮੈਂ ਹੁਣ ਸ਼ਕਤੀ ਤੋਂ ਹੀਣ ਹੋ ਚੁੱਕੀ ਹਾਂ, ਬਲ ਮੇਰੇ 'ਚ ਹੈ ਨਹੀਂ, ਨਿਰਬਲ ਹਾਂ, ਕਮਜ਼ੋਰ ਹਾਂ। ਹੇ ਸੁਆਮੀ, ਹੇ ਸਤਿਗੁਰੂ, ਮੈਂ ਕਿਸ ਤਰ੍ਹਾਂ ਆਵਾਂ। ਸਭ ਘਟ ਵਿਆਪਕ ਅੰਤਰ ਜਾਮੀ। ਤੁਸੀਂ ਘਟ ਘਟ 'ਚ ਵਿਆਪਕ ਹੋ, ਅੰਤਰਜਾਮੀ ਹੋ, ਜਾਣੀ ਜਾਣੋ, ਸਭ ਥਾਂ ਤੇ ਵਿਆਪਕ ਹੋ। ਕੋਈ ਥਾਂ ਐਸੀ ਨਹੀਂ ਜਿੱਥੇ ਤੁਹਾਡੀ ਜੋਤ ਦਾ ਪ੍ਰਕਾਸ਼ ਨਾ ਹੋਵੇ, ਔਰ ਕੋਈ ਕਿਸੇ ਹਿਰਦੇ ਦੀ ਕੋਈ ਗੱਲ ਨਹੀਂ ਜਿਹੜੀ ਤੁਹਾਨੂੰ ਪਤਾ ਨਾ ਹੋਵੇ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ, ਤੁਸੀਂ ਦਿਲਾਂ ਦੇ ਮਾਲਕ ਹੋ, ਅੰਤਰਜਾਮੀ ਹੋ, ਸੱਚੇ ਪਾਤਸ਼ਾਹ। ਦਾਸਨ ਕਰੋ ਕਾਮਨਾ ਪੂਰਨ। ਮਹਾਰਾਜ ਆਪਣੇ ਦਾਸਾਂ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ ਹੋ, ਆਪਣੇ ਸੇਵਕਾਂ ਦੇ ਮਨਾਂ ਦੇ ਮਨੋਰਥ ਪੂਰੇ ਕਰਨ ਵਾਲੇ ਹੋ। ਹੇਰ ਪ੍ਰੇਮ ਕੋ ਪਹੁੰਚੋ ਤੂਰਨ। ਜਿੱਥੇ ਕੋਈ ਤੁਹਾਨੂੰ ਪ੍ਰੇਮ ਨਾਲ ਯਾਦ ਕਰਦਾ ਉੱਥੇ ਹੀ ਪਹੁੰਚ ਜਾਂਦੇ ਹੋ ਮਹਾਰਾਜ। ਭੀਲਣੀ ਦੇ ਜੂਠੇ ਬੇਰ ਖਾਣ ਪਹੁੰਚ ਗਏ ਸੀ ਪੰਪਾ ਸਰ। ਮਹਾਰਾਜ ਮੈਂ ਵੀ ਤੁਹਾਡੇ ਚਰਨਾਂ ਦੀ ਦਾਸੀ ਹਾਂ, ਕਿਰਪਾ ਕਰੋ ਮੇਰੇ ਤੇ, ਬਖਸ਼ਿਸ਼ ਕਰੋ ਮੇਰੇ ਤੇ। ਸ਼ਾਸਤਰ ਵੇਦ ਸ੍ਰੀ ਗ੍ਰੰਥ ਮਝਾਰਾ। ਸ਼ਾਸਤਰਾਂ ਵਿੱਚ, ਵੇਦਾਂ ਵਿੱਚ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਣਿਓ ਆਪ ਕੋ ਬਿਰਦ ਉਦਾਰਾ। ਆਪ ਜੀ ਦਾ ਬਿਰਦ ਸੁਣਿਆ ਹੈ। ਕੀ ਬਿਰਦ ਹੈ? ਮਹਾਰਾਜ ਜੋ ਸ਼ਰਨ ਆਵੈ ਇਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਇਹ ਸੁਣਿਆ ਹੈ ਵੀ ਆਪਣੇ ਭਗਤਾਂ ਦੇ ਸਹਾਈ ਹੋ, ਭਗਤਾਂ ਦੇ ਅੰਗ ਸੰਗ ਹੋ, ਭਗਤਾਂ ਦੀ ਲਾਜ ਪੈਜ ਰੱਖਣ ਵਾਲੇ ਹੋ। ਇਸ ਪ੍ਰਕਾਰ ਚਿਤਵਨ ਚਿਤ ਧਰਤੀ। ਇਸ ਤਰ੍ਹਾਂ ਮਾਤਾ ਜੀ, ਧੰਨ ਧੰਨ ਮਾਤਾ ਭਾਗ ਭਰੀ ਜੀ, ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦੀ ਚਿਤਵਨਾ ਕਰਦੀ ਰਹਿੰਦੀ ਹੈ। ਵਸਤਰ ਬਨਾਵਨ ਕੀ ਕ੍ਰਿਤ ਕਰਤੀ। ਸਾਰਾ ਦਿਨ ਚਰਖਾ ਖਤਮ। ਕਪਾਹ ਉਹ ਸਿਰੇ ਦੀ ਲਈ ਲੱਭੀ ਜਿਹੜੀ ਸਭ ਤੋਂ ਸੋਹਣੀ ਮਹਿੰਗੀ, ਉਹਦੇ ਵਿੱਚੋਂ ਫਿਰ ਸੂਤਰ ਕੱਤਿਆ ਚਰਖੇ ਤੇ, ਬਰੀਕ ਤੋਂ ਬਰੀਕ, ਸੂਖਸ਼ਮ, ਬਹੁਤ ਵਧੀਆ। ਹਾਂਜੀ, ਗ੍ਰਹਿ ਕੋ ਬਿੰਦ ਕੇ ਤਬ ਚੱਲ ਗਈ। ਔਰ ਫਿਰ ਜੁਲਾਏ ਦੇ ਘਰ ਗਈ। ਗੋਬਿੰਦ ਕਹਿੰਦੇ ਨੇ ਜੁਲਾਏ ਨੂੰ, ਜਿਹੜਾ ਕੱਪੜਾ ਬੁਣਦਾ। ਜੁਲਾਏ ਕੋਲ ਗਈ ਮਾਤਾ ਸੂਤਰ ਲੈ ਕੇ। ਸੂਤ ਬਨਾਵਨ ਦੇਤ ਸੋ ਭਈ। ਉਹ ਸੂਤ ਜਿਹੜਾ ਅਟਿਆ ਸੀ ਉਹ ਅਟੀਆਂ ਜਾ ਕੇ ਦਿੱਤੀਆਂ। ਕਹਿਣ ਲੱਗੀ ਵੀਰਾ ਆ ਸੂਤਰ ਲੈ, ਬਰੀਕ ਕੱਪੜੇ ਦਾ ਥਾਨ ਤਿਆਰ ਕਰ ਦੇ। ਅਧਿਕ ਮਜੂਰੀ ਦੇ ਕਰ ਤਾਹੇ। ਜਿੰਨੇ ਪੈਸੇ ਤੂੰ ਮੰਗੇਗਾ ਮੈਂ ਦੁੱਗਣੇ ਦੇ ਦਿਆਂਗੀ। ਕੱਪੜਾ ਸੋਹਣੇ ਤੋਂ ਸੋਹਣਾ ਤਿਆਰ ਕਰੀ, ਕਿਸੇ ਤਰ੍ਹਾਂ ਦੀ ਕਸਰ ਨਾ ਛੱਡੀ। ਮੁਖ ਤੇ ਮ੍ਰਿਦਲ ਗਿਰਾ ਕੋ ਪ੍ਰਾਹੇ। ਤੇ ਬੜੇ ਪ੍ਰੇਮ ਨਾਲ, ਬੜੇ ਪਿਆਰ ਦੇ ਬਚਨ ਆਖੇ ਨੇ ਕੁਸ ਜੁਲਾਏ ਨੂੰ। ਅਤ ਪ੍ਰਿਯ ਪਟ ਕੋ ਕਾਰਜ ਮੇਰਾ। ਕਹਿਣ ਲੱਗੀ ਵੀਰਾ ਵੇ ਪੁੱਤਰ, ਇਹ ਕੰਮ ਮੇਰੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਕੰਮ ਹੈ। ਤੇ ਇਹ ਕੱਪੜਾ ਜਿਹੜਾ ਤਿਆਰ ਹੋਣਾ ਹੈ ਨਾ,
ਇਹ ਮੈਨੂੰ ਬਹੁਤ ਪਿਆਰਾ, ਸਭ ਤੋਂ ਪਿਆਰਾ ਹੈ। ਕਰਹਿ ਨੀਕ ਉਪਕਾਰ ਹੈ ਤੇਰਾ। ਜੇ ਤੂੰ ਇਹਨੂੰ ਚੰਗੀ ਤਰ੍ਹਾਂ ਬਣਾ ਦੇਵੇਂਗਾ ਨਾ, ਸੋਹਣਾ ਕੱਪੜਾ, ਤੇ ਮੈਂ 100 ਜਨਮ ਤੱਕ ਤੇਰੀ ਰਿਣੀ ਰਵਾਂਗੀ, ਤੇਰਾ ਉਪਕਾਰ ਮੰਨਾਂਗੀ, ਤੇਰਾ ਭਲਾ ਹੋਵੇਗਾ। ਕਹਿ ਬਹੁ ਬਾਰ ਭਲੋ ਬਨਵਾਇਓ। ਉਸ ਜੁਲਾਏ ਨੂੰ ਕਹਿ ਕੇ ਇਦਾਂ ਦਾ ਬਣਾਣਾ, ਇਦਾਂ ਦਾ ਬਣਾਣਾ, ਇਦਾਂ ਦਾ ਕੋਈ ਨੁਕਸ ਨਹੀਂ ਰਹਿਣ ਦੇਣਾ। ਦੱਸ ਕੇ ਜੁਲਾਏ ਕੋਲੋਂ ਆਪਣੇ ਕੱਤੇ ਹੋਏ ਸੂਤਰ ਦਾ ਥਾਨ ਤਿਆਰ ਕਰਵਾ ਲਿਆ। ਪੁੰਨ ਮਿਹਨਤ ਬਹੁ ਦੀਨ ਧਵਾਇਓ। ਫਿਰ ਉਹਨੂੰ ਧੁਆਇਆ, ਖੁੰਭ ਚਾੜ ਕੇ ਧੋਂਦੇ ਨੇ ਨਾ, ਉਹਨੂੰ ਪਾਣ ਚਾੜਦੇ ਨੇ, ਉਹਨੂੰ ਫਿਰ ਧੁਆਇਆ ਬੜੇ ਸੋਹਣੇ ਤਰੀਕੇ ਨਾਲ, ਮਿਹਨਤ ਉਹਨੂੰ ਦੁੱਗਣੀ ਦਿੱਤੀ। ਹਾਂਜੀ। ਘਰ ਮਹਿ ਏਕ ਸਥਾਨ ਸੁਧਾਰਾ। ਫਿਰ ਸੇਵਾਦਾਸ ਨੂੰ ਕਹਿਣ ਲੱਗੀ, ਵੇ ਪੁੱਤਰ, ਘਰ ਦਾ ਇੱਕ ਨਵਾਂ ਕਮਰਾ ਤਿਆਰ ਕਰਾ। ਇੱਕ ਸੋਹਣਾ ਕਮਰਾ ਤਿਆਰ ਕਰਵਾਇਆ, ਵਧੀਆ। ਹਾਂਜੀ। ਗੁਰਹਿਤ ਕਲਪਿਓ ਹਿਰਦੇ ਮਝਾਰਾ। ਉਹ ਕਮਰਾ ਗੁਰੂ ਸਾਹਿਬ ਦੇ ਲਈ ਰਾਖਵਾਂ ਰੱਖ ਲਿਆ। ਇਹ ਮਨ ਵਿੱਚ ਫੁਰਨਾ ਕਰ ਲਿਆ ਵੀ ਇਸ ਕਮਰੇ 'ਚ ਆ ਕੇ ਬਹਿਣਗੇ ਮਹਾਰਾਜ 6ਵੇਂ ਪਾਤਸ਼ਾਹ ਜੀ। ਹਾਂਜੀ। ਲਿੰਪਨ ਕਰਤ ਹੈ ਧੂਪ ਧੁਕਾਵਹਿ। ਆਪਣੇ ਹੱਥੀਂ ਕਮਰੇ ਨੂੰ ਲਿਪਿਆ ਪੋਚਿਆ, ਧੂਪ ਬੱਤੀ ਕੀਤੀ। ਉਹਦੇ ਅੰਦਰ ਇੱਕ ਬੜਾ ਸੁੰਦਰ ਵੱਡਾ ਪਲੰਗ। ਸੇਵਾਦਾਸ ਨੂੰ ਪੁੱਛਦੀ, ਇਹ ਕੱਦ ਕਿੱਡਾ ਕੁ ਮਹਾਰਾਜ ਦਾ? ਕਹਿਣ ਲੱਗਾ, ਮਾਂ, ਇਸ ਦੁਨੀਆ ਤੇ ਐਡਾ ਕਦਾਵਰ ਸਰੀਰ ਕਿਸੇ ਦਾ ਨਹੀਂ ਜਿੱਡਾ ਉਹਨਾਂ ਦਾ। ਉਹ ਤਾਂ 7.5 ਫੁੱਟ ਲੰਮੇ, ਜਵਾਨ, ਉੱਚੇ, ਬੜੀ ਯੋਧੇ ਹਨ। ਕਹਿਣ ਲੱਗੀ, ਠੀਕ ਹੈ ਪੁੱਤਰ, ਓਡਾ ਹੀ ਵੱਡਾ ਪਲੰਘਾ ਤਿਆਰ ਕਰ। ਬੜਾ ਆਲੀਸ਼ਾਨ ਪਲੰਘਾ ਸੱਚੇ ਪਾਤਸ਼ਾਹ ਵਾਸਤੇ ਬਣਵਾਇਆ। ਉੱਤੇ ਚਾਨਣੀ ਲਾ ਦਿੱਤੀ। ਉਹ ਜਿਹੜਾ ਥਾਨ ਸੀ ਨਾ, ਕੱਪੜਾ, ਉਹ ਉਹਦੇ ਉੱਤੇ ਰੱਖ ਦਿੱਤਾ। ਉਹ ਤੈਅ ਕਰਕੇ ਨਾ ਥਾਨ ਰੱਖ ਦਿੱਤਾ। ਨਵੇਂ ਬਿਸਤਰੇ, ਨਵੀਂ ਰਜਾਈ ਤਲਾਈ, ਤੇ ਵਿਚਕਾਰ ਥਾਨ। ਤੇ ਲੈ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਦੀ ਵੀ ਜਦੋਂ ਆਓਗੇ ਉਦੋਂ ਇੱਥੇ ਆ ਕੇ ਬੈਠਿਆ ਜੇ, ਤੇ ਆਹ ਥਾਨ ਮਹਾਰਾਜ ਤੁਸੀਂ ਚੋਲਾ ਮੇਰਾ ਲਿਆ ਜੇ। ਇਉਂ ਕਰਦੀ ਨੂੰ ਕਈ ਮਹੀਨੇ, ਕਈ ਸਾਲ ਬੀਤੇ। ਤੇ ਕਿੰਨਾ ਕੁ ਪ੍ਰਸੰਗ ਦਿਲਚਸਪ ਹੈ ਸਾਧ ਸੰਗਤ ਜੀ, ਛੱਡਣ ਨੂੰ ਤਾਂ ਜੀ ਨਹੀਂ ਕਰਦਾ, ਪਰ ਹੁਣ ਸਮਾਂ ਹੋ ਚੁੱਕਾ ਹੈ। ਅਗਲੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋਗੇ ਕਿਸ ਤਰ੍ਹਾਂ ਮਾਈ ਭਾਗ ਭਰੀ ਯਾਦਾਂ ਵਿੱਚ ਗੁੰਮੀ ਗੁਰੂ ਸਾਹਿਬ ਦੀਆਂ, ਕਿਵੇਂ ਸਿਮਰਨ ਹੁੰਦਾ ਕੀ ਹੈ। ਉੱਦਾਂ ਦੇ ਮੇਰੇ ਵਰਗੇ ਸਾਰੇ ਹੀ ਮਾਲਾ ਫੇਰ ਵਾਹਿਗੁਰੂ ਵਾਹਿਗੁਰੂ ਕਰਕੇ ਕਹਿੰਦੇ ਮੈਂ ਸਿਮਰਨ ਕਰ ਲਿਆ, ਪਰ ਸਿਮਰਨ ਦਾ ਘਰ ਬੜੀ ਦੂਰ ਹੈ, ਬਾਹਲੀ ਦੂਰ ਹੈ। ਸਾਡੇ ਕੋਲ ਤੇ ਅਜੇ ਸਿਮਰਨ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ ਸਿਮਰਨ। ਸਿਮਰਨ ਉਹ ਯਾਦ ਹੈ ਜਿੱਥੇ ਸਭ ਕੁਝ ਭੁੱਲ ਜਾਂਦਾ। ਸਾਨੂੰ ਤਾਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਸਗੋਂ ਦੁਨੀਆ ਜ਼ਿਆਦਾ ਯਾਦ ਆਉਂਦੀ ਹੈ। ਜਿਹੜੀਆਂ ਗੱਲਾਂ ਭੁੱਲੀਆਂ ਹੁੰਦੀਆਂ ਨਾ, ਜਦੋਂ ਵਾਹਿਗੁਰੂ ਵਾਹਿਗੁਰੂ ਕਰਦੇ ਆ, ਉਹ ਸਾਰੇ ਵੀ ਮੈਂ ਫਲਾਣੇ ਥਾਂ 'ਤੇ ਟੈਲੀਫੋਨ ਦਾ ਬਿੱਲ ਦੇਣਾ, ਬਿਜਲੀ ਦਾ ਬਿੱਲ ਦੇਣਾ, ਫਲਾਣੇ ਰਿਸ਼ਤੇਦਾਰ ਦੇ ਕਾਕੇ ਦੀ ਕੁੜਮਾਈ 'ਤੇ ਜਾਣਾ, ਸਵੇਰੇ ਆਹ ਕੰਮ ਕਰਨਾ, ਸ਼ਾਮੀ ਉਹ ਕਰਨਾ। ਸਾਡਾ ਤਾਂ ਸਿਮਰਨ ਉੱਧਰ ਚੱਲਦਾ ਤੇ ਮੂੰਹ ਤੇ ਰਾਮ ਰਾਮ ਚੱਲਦਾ। ਮਾਈ ਭਾਗ ਭਰੀ ਨੇ ਸਿਮਰਨ ਕੀਤਾ ਸੀ ਵੀ ਉਹਨੂੰ ਸਭੇ ਗੱਲਾਂ ਵਿਸਰਨ, ਸਭ ਭੁੱਲ ਗਿਆ ਸੀ। ਇੱਕਾ ਵਿਸਰ ਨਾ ਜਾਓ, ਇਹ ਗੱਲ ਨਹੀਂ ਸੀ ਭੁੱਲੀ ਵੀ 6ਵੇਂ ਪਾਤਸ਼ਾਹ ਨੇ ਆਉਣਾ। ਹਰ ਵੇਲੇ ਉਸੇ ਉਡੀਕ ਵਿੱਚ ਮਾਤਾ ਜੀ ਉਡੀਕਦੇ 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 ਕਿੱਦਾਂ ਖਿੱਚਾਂ ਪਾ ਲਈਆਂ। ਰੱਬ ਭਗਤਾਂ ਨੇ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ, ਤੇ ਮਾਲਕ 6ਵੇਂ ਪਾਤਸ਼ਾਹ ਸਭੇ ਕੰਮ ਛੱਡ ਕੇ ਉਹ ਕਸ਼ਮੀਰ ਦੀਆਂ ਪਹਾੜੀਆਂ ਨੂੰ ਚੜ੍ਹ ਪਏ ਸਨ। ਉਹ ਕਥਾ ਆਪਾਂ ਸਰਵਣ ਕਰਾਂਗੇ ਅਗਲੇ ਪ੍ਰਕਰਣਾਂ ਵਿੱਚ। ਹੇ ਗੋਬਿੰਦ, ਹੇ